वाहिगुरु जी की फतेह। दीन दुनीन दे स्वामी शब्द रत्नाकर साहिब श्री गुरु ग्रंथ साहिब जियां दी पाक हजूरी विच दूरों नेड़ियों चल करके संध्या दे दीवाना दियां हाजरियां भर रहे हो। आओ इस समय को सुरत करके गुरु चरणों विच जोड़िए। सच्चे पातशाह जी की पावन जीवन महिमा दे विचों आप जी ने सरवर कीता सी। पखों के रंधावे नगर तो मूलचंद खत्री जी ने पंडित नूं बुला के साहस होते हैं। खुशियां भरी साहे दी चिट्ठी अपने पुरोहित दे हथ सुल्तानपुर लोधी जयराम जी को भेजी। साहा मिलन तो बाद इथे परिवार ने रस्मां कीतियां, खुशी दे गीत गाए, शगना दे विहार कीते गए। इथों ही चिट्ठी निधे पुरोहित दे हथ राय भोई दी तलवंडी सतगुरां दे घर परिवार विच भेजी। उधर सतगुरां दे माता जी सारा ही परिवार खुशियां विच खीवे ने। इन्ना चार चढ़िया बेदियां दी वंश नूं खुशी दे विच उन्हां नूं ये नहीं पता लगदा भी समा कदों है। इन्हां सारे प्रकरणां नूं आप जी ने विस्तार सहित सरवण कीता। आओ एकाग्रता बढ़ाइए, माणिए सतगुरां दी पावन कथा दा आनंद, पाओ प्रेम दी सांझ। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। हुते कुल रीत जो कल सब कीन सो। आए बेदी सब को जिदे हर खाए कै। भाई बाला जी इस पावन कथा को सुना रहे हैं। गुरु अंगद देव जी महाराज संगत रूप होके इस पावन कथा का आनंद मान रहे हैं। जिस वेले साहा चिट्ठी सुल्तानपुर लोधी तो चलती हुई सतगुरां दे वेड़े राय भोई दी तलवंडी पहुंची है। पिता कल्याण चंद खुशी दे विच दुनिया भुलाई बैठे ने। वेदी वंश नूं इकट्ठियां कीता गया। शरीके दे विच जिन्ने भी वेदियां दे घर ने सारे ही आए हैं। एक खुशी सारियां दे नाल मिल वर्त के साझी कीती गई। बड़ा चाय, बड़ा उत्साह भी है। पिता जी ने कुल दी रवायत, कुल दी मर्यादा, कुल दी रीति जो एज इट इज पुराने समय तो चली आती सी वो निभाई गई है। पंडित हरदयाल जी आए ने चिट्ठी पढ़ के सुनाई है। चिट्ठी दे विच वो समा मुकर्रर कीता गया है हाड़ दे महीने दी 7वीं। सारे विधियां ने तैयारी कर ली उन्हां समयां दे विच।
ਵੀ ਇਸ ਬਰਾਤ ਦੇ ਵਿੱਚ ਆਪਾਂ ਸਭ ਨੇ ਇਕੱਠਿਆਂ ਸ਼ਿਰਕਤ ਕਰਨੀ ਹੈ। ਬੋਲ ਕੇ ਬਦਨ ਨਿਜ ਸਸਰੇ ਸਦਨ ਸੁਧ ਭੇਜੀ ਜਸ ਪਦ ਏਕ ਮਾਨਵ ਪਠਾਈ ਕੈ। ਜਦੋਂ ਹੁਣ ਇਹ ਖੁਸ਼ੀ ਪੱਖੋ ਕੇ ਰੰਧਾਵਿਆਂ ਤੋਂ ਸੁਲਤਾਨਪੁਰ ਲੋਧੀ ਆਈ ਚਿੱਠੀ ਦੇ ਰੂਪ ਚ, ਸੁਲਤਾਨਪੁਰ ਲੋਧੀ ਤੋਂ ਚੱਲਦੀ ਹੋਈ ਖੁਸ਼ੀ ਸਤਿਗੁਰਾਂ ਦੇ ਪਿੰਡ ਰਾਏ ਭੋਏ ਦੀ ਤਲਵੰਡੀ। ਹੁਣ ਰਾਏ ਭੋਏ ਦੀ ਤਲਵੰਡੀ ਮਹਿਤਾ ਕਲਿਆਣ ਚੰਦ ਜੀ ਦਾ ਜੱਦੀ ਪਿੰਡ ਹੈ। ਮੁੱਦਤਾਂ ਤੋਂ ਵਸਦੇ ਆ ਰਹੇ ਨੇ। ਉਹਨਾਂ ਨੇ ਇੱਥੋਂ ਇਹ ਚਿੱਠੀ ਖੁਸ਼ੀ ਦੇ ਰੂਪ ਵਿੱਚ ਇੱਕ ਬੰਦੇ ਦੇ ਹੱਥ, ਹਲਕਾਰੇ ਦੇ ਹੱਥ ਆਪਣੇ ਸਹੁਰੇ ਪਿੰਡ ਭੇਜੀ ਹੈ। ਭਾਵ ਮਾਤਾ ਤ੍ਰਿਪਤਾ ਜੀ ਦਾ ਪੇਕਾ ਘਰ ਸਤਿਗੁਰਾਂ ਦੇ ਨਾਲ। ਕਹਿੰਦੇ ਜਦ ਉਹਨਾਂ ਨੂੰ ਚਿੱਠੀ ਮਿਲੀ ਨਾ, ਕਿਉਂਕਿ ਸਭ ਅੰਦਾਜ਼ਿਆਂ ਦੇ ਵਿੱਚ ਹੀ ਸੀ ਵੀ ਸਾਲ ਡੇਢ ਸਾਲ ਬਾਅਦ ਕਿਤੇ ਸਾਹਾ ਸੋਧਿਆ ਜਾਣਾ, ਉਹਨਾਂ ਦੀ ਮਰਜ਼ੀ ਹੈ। ਪਰ ਜਿਸ ਵੇਲੇ ਖੁਸ਼ੀਆਂ ਦਾ ਸੱਦਾ ਆਇਆ, ਕਹਿੰਦੇ ਉਧਰ ਵੀ ਜਿੱਥੇ ਸਤਿਗੁਰਾਂ ਦੇ ਨਾਨਕੇ ਨੇ ਪਿੰਡ ਚਹਿਲ, ਡੇਰਾ ਚਹਿਲ, ਖੁਸ਼ੀਆਂ ਮਨਾਈਆਂ ਗਈਆਂ। ਸਭ ਤਿਆਰ ਹੋ ਗਏ ਇਸ ਜਸ਼ਨ ਦੇ ਵਿੱਚ ਸ਼ਰੀਕ ਹੋਣ ਲਈ। ਸੁਣੀ ਮਨ ਭਾਈ ਤਿਨ ਮੰਗਲ ਕਰਾਏ ਬਹੁ ਲੇਕੇ ਸਮਾਜ ਸਭ ਆਈ ਸੁਖ ਪਾਈ ਕੇ। ਨਾਨੀ ਭਰਾਈ ਤੇ ਨਾਨਾ ਰਾਮਾ ਜੀ ਨੇ ਕਹਿੰਦੇ ਬੜੇ ਸ਼ਗਨ ਮਨਾਏ, ਦਾਨ ਦਿੱਤੇ, ਖੁਸ਼ੀਆਂ ਮਨਾਈਆਂ, ਤੇ ਜੋ ਨਾਨਕਿਆਂ ਵੱਲੋਂ ਸਰਦਾ ਹੁੰਦਾ ਸਮਾਨ ਉਹ ਲੈ ਕੇ ਆਏ, ਇਕੱਠਾ ਕਰ ਲਿਆ ਉਹਨਾਂ ਨੇ। ਕਿਉਂਕਿ ਅੱਗੇ ਛਕਣ ਛਕਾਉਣ ਦੇ ਲੋਕੀ ਸ਼ੌਕੀਨ ਬੜੇ ਸੀ। ਅੱਜ ਵਾਲਾ ਛਕਣਾ ਛਕਾਉਣਾ ਨਹੀਂ, ਗੰਦਗੀ ਤੇ ਡਿੱਗਦਾ ਬੰਦਾ ਜਾ ਕੇ। ਪਰ ਉਹਨਾਂ ਸਮਿਆਂ ਦਾ ਛਕਣਾ ਛਕਾਉਣਾ ਹੁੰਦਾ ਸੀ ਗੁੜ ਮਿੱਠਾ ਜਿੰਨਾ ਮਰਜ਼ੀ ਦੇ ਦਿਓ, ਤੇ ਖਾਂਦੇ ਪੀਂਦੇ ਸੀ ਲੋਕ। ਕਹਿੰਦੇ ਜੀ ਸ਼ਗਨ ਇਕੱਠਾ ਕੀਤਾ, ਪਦਾਰਥ ਇਕੱਠੇ ਕੀਤੇ, ਗੱਡੇ ਭਰ ਲਏ। ਸਤਿਗੁਰਾਂ ਦਾ ਨਾਨਕੇ ਪਰਿਵਾਰ ਤਿਆਰ ਹੋ ਗਿਆ। ਤਿਆਰ ਹੋ ਕੇ ਰਾਏ ਭੋਏ ਦੀ ਤਲਵੰਡੀ ਨੂੰ ਕੂਚ ਕੀਤਾ ਏ। ਮਿਲ ਕੇ ਵਿਚਾਰ ਕਰ ਚਲੇ ਸੁਲਤਾਨਪੁਰ ਸੋਜ ਲੀਜੈ ਸਰਸ ਨਾ ਦੀਜੀਏ ਭੁਲਾਈ ਕੇ। ਨਾਨਕਿਆਂ ਨੇ ਬਹੁਤਾ ਸਮਾਂ ਨਾ ਲਾਇਆ, ਬਹੁਤੀ ਦੇਰ ਨਾ ਲਾਈ। ਤੁਰਤ ਫੁਰਤ ਅੱਜ ਮਨੁੱਖ ਆਇਆ, ਕੱਲ ਪਰਸੋਂ, ਕਿਉਂਕਿ ਤਿਆਰ ਬੈਠੇ ਸੀ ਪਹਿਲੇ, ਕੱਪੜੇ ਲੀੜੇ ਪਹਿਲੇ ਸਲਾਏ ਹੋਏ ਸੀ। ਸਭ ਕੁਝ ਲੈ ਕੇ ਰਾਏ ਭੋਏ ਦੀ ਤਲਵੰਡੀ ਪਹੁੰਚੇ ਨੇ। ਸਤਿਗੁਰਾਂ ਦੇ ਪਿਤਾ ਜੀ ਮਿਲ ਕੇ ਖੁਸ਼ ਹੋਏ, ਕੁਝ ਖਬਰੀਆਂ ਦਿੱਤੀਆਂ ਗਈਆਂ। ਕਹਿੰਦੇ ਇੱਥੇ ਇਕੱਠੀਆਂ ਹੋ ਕੇ ਨਾਨਕਿਆਂ ਨੇ ਤੇ ਗੁਰੂ ਸਾਹਿਬ ਦੇ ਪਿਤਾ ਜੀ ਦਾ ਪਰਿਵਾਰ ਹੈ ਜਿੰਨਾ, ਜੋ ਸਮਾਨ ਲੈ ਕੇ ਜਾਣਾ ਸੀ ਉਹਦੀ ਤਿਆਰੀ ਕਰ ਲਈ। ਵੀ ਇੱਥੋਂ ਜਾਣਾ ਤਿਆਰ ਹੋ ਗਏ। ਬੇਦੀਆਂ ਦੇ ਘਰ ਤੋਂ ਬਰਾਤ ਨਿਕਲਣੀ ਹੈ। ਕਹਿੰਦੇ ਖੂਬ ਸਮਾਨ, ਖੂਬ ਵਸਤੂਆਂ, ਮਹਿੰਗੀਆਂ ਤੋਂ ਮਹਿੰਗੀਆਂ ਲਾਹੌਰ ਤੋਂ ਖਰੀਦੀਆਂ ਨੇ। ਸਵਈਆ ਕਾਲੂ ਗਇਓ ਤਬ ਰਾਏ ਕੇ ਪਾਸ ਕਰੀ ਅਰਦਾਸ ਤਜੀਮ ਬਖਾਨੀ। ਹੁਣ ਸਤਿਗੁਰਾਂ ਦੇ ਪਿਤਾ ਜੀ ਨੇ ਇਹ ਖੁਸ਼ੀ ਜ਼ਾਹਰ ਸਭ ਨਾਲ ਕਰਨੀ ਹੈ। ਤਿਆਰ ਹੋ ਕੇ ਸੋਹਣੇ ਕੱਪੜੇ ਪਾ ਕੇ ਰਾਏ ਬੁਲਾਰ ਜੀ ਦੇ ਦਰਬਾਰ ਵਿੱਚ ਆਏ। ਅੱਜ ਖੁਸ਼ੀ ਖੁਸ਼ੀ ਆ ਕੇ ਸਲਾਮ ਕੀਤੀ, ਵਾਲੇਕੁਮ ਸਲਾਮ। ਉਹ ਸਲਾਮ ਕਰਕੇ ਕਹਿੰਦੇ ਆਓ ਪਟਵਾਰੀ ਸਾਹਿਬ। ਅੱਜ ਵੇਖਿਆ ਚਿਹਰੇ ਦੀ ਰੌਣਕ ਦੱਸ ਰਹੀ ਹੈ, ਚਿਹਰੇ ਦੀ ਖੁਸ਼ੀ ਦੱਸ ਰਹੀ ਹੈ। ਪਹਿਲੀ ਵਾਰ ਸਤਿਗੁਰਾਂ ਦੇ ਪਿਤਾ ਅੱਜ ਹੱਸਦੇ ਆਉਂਦੇ ਆ। ਖੁਦਾ ਦਾ ਨਾਮ। ਅੱਗੇ ਤੁਸੀਂ ਸੁਣਿਆ ਜਿਵੇਂ ਆਉਂਦੇ ਸੀ, ਉਹ ਮੇਰੇ ਪੁੱਤ ਨੇ ਆਹ ਕਰਤਾ, ਉਹ ਪੈਸੇ ਨਹੀਂ ਕਮਾਉਂਦਾ, ਉਹਨੇ ਘਰ ਉਜਾੜਤਾ, ਮੈਂ ਦੁਖੀ, ਮੈਂ ਮਰ ਜਾ। ਉਹਦੀ ਲੜਾਈ ਸੀ। ਅੱਜ ਪਹਿਲੀ ਵਾਰ ਕਲਿਆਣ ਚੰਦ ਪਟਵਾਰੀ ਖੁਸ਼ੀ ਖੁਸ਼ੀ ਜਦੋਂ ਐਂਟਰੀ ਮਾਰੀ ਉਹਨਾਂ ਨੇ ਦਰਬਾਰ 'ਚ, ਉਹਨਾਂ ਨੂੰ ਖੁਸ਼ ਵੇਖ ਕੇ ਰਾਏ ਬੁਲਾਰ ਨੇ ਦੋਨੇ ਹੱਥ ਜੋੜ ਪ੍ਰਣਾਮ ਕੀਤੀ। ਕਹਿੰਦੇ ਕਾਲੂ ਜੀ ਸੂਰਜ ਕਿਹੜੇ ਪਾਸੇ ਚੜ ਗਿਆ, ਖੁਦਾ ਦਾ ਨਾਮ। ਇਹ ਵੀ ਹੱਸਦੇ ਖੁਸ਼ੀਆਂ ਨੇ ਜੀ, ਵਕਤ ਖੁਸ਼ੀਆਂ ਦਾ ਹੈ। ਕੋਲ ਆ ਕੇ ਸਲਾਮ ਕੀਤੀ, ਸੁੱਖ ਸਾਂਦ ਹੋਈ, ਗੱਲਬਾਤ ਹੋਈ ਹੈ। ਉਹਨਾਂ ਬੜੇ ਅਦਬ ਅਦਾਬ ਦੇ ਨਾਲ ਪਟਵਾਰੀ ਨੂੰ ਆਪਣੇ ਪਾਸ ਬਿਠਾਇਆ ਏ। ਨਾਨਕ ਦਾਸ ਤੁਮਾਰੀ ਕੋ ਬਿਆਹੀ ਚਲੋ ਸੁਲਤਾਨਪੁਰੇ
ਮਮ ਥਾਨੀ। ਉਸ ਵੇਲੇ ਸਤਿਗੁਰਾਂ ਦੇ ਪਿਤਾ ਖੁਸ਼ੀ ਚਾ ਕੇ ਕਹਿੰਦੇ ਰਾਏ ਬੁਲਾਰ ਜੀ ਨੂੰ, ਕਹਿੰਦੇ ਕਿੱਧਰ ਦੀ ਤਿਆਰੀ ਹੈ? ਜੋ ਰਾਏ ਬੁਲਾਰ ਨੇ ਪੁੱਛਿਆ ਤਿਆਰੀ ਕਿੱਧਰ ਦੀ ਹੈ? ਹੱਥ ਜੋੜ, ਕਿਉਂਕਿ ਬੰਦਾ ਖੁਸ਼ੀ ਵਿੱਚ ਵੇਖ ਐਸਾ ਹੁੰਦਾ ਆਊਟ ਆਫ ਕੰਟਰੋਲ, ਪਤਾ ਹੀ ਨਹੀਂ ਕਹਿੰਦੇ। ਖੁਸ਼ੀ ਖੁਸ਼ੀ ਚ ਕਹਿੰਦੇ ਰਾਏ ਬੁਲਾਰ ਸਾਹਿਬ ਤੁਹਾਡੇ ਸੇਵਕ ਦਾ ਵਿਆਹ ਜੀ। ਉਹਨਾਂ ਦੇ ਪੈ ਗਏ ਮੱਥੇ ਬੜਾ ਵੀ ਸੇਵਕ ਦਾ ਵਿਆਹ, ਸ਼ਬਦ ਕਿਹੋ ਜਿਹੇ ਵਰਤੇ ਆ। ਖੁਸ਼ੀ ਜੀ ਕਹਿ ਬੈਠੇ ਫਲੋ ਦੇ ਵਿੱਚ, ਕਹਿੰਦੇ ਤੁਹਾਡੇ ਪਰਮ ਅਨੰਦ ਸੇਵਕ ਨਾਨਕ ਜੀ ਦਾ ਵਿਆਹ ਏ, ਅਸੀਂ ਚੱਲੇ ਆ, ਤੁਸੀਂ ਵੀ ਚੱਲੋ। ਖੁਸ਼ੀਆਂ ਵੇਲੇ ਬੰਦਾ ਸਭ ਦੀ ਬਾਹ ਖਿੱਚਦਾ ਹੁੰਦਾ, ਚੱਲ ਚੱਲੀਏ। ਦੁੱਖ ਵਿੱਚ ਪੁੱਛੋ, ਕਹਿੰਦਾ ਨਹੀਂ ਮੇਰੇ ਕੋਲ ਟਾਈਮ ਨਹੀਂ, ਮੈਂ ਠੀਕ ਨਹੀਂ, ਬੜੇ ਬਹਾਨੇ। ਰਾਏ ਬੁਲਾਰ ਜੀ ਨੇ ਜਦੋਂ ਸਤਿਗੁਰਾਂ ਦੇ ਵਿਆਹ ਦੀ ਗੱਲ ਸੁਣੀ ਤਾਂ ਚਾਅ ਬਹੁਤ ਹੋ ਗਿਆ, ਖੁਸ਼ੀ ਬੜੀ ਹੋ ਗਈ, ਪਰ ਕੁਝ ਸ਼ਬਦ ਉਹਨਾਂ ਦੇ ਪਿਤਾ ਵੱਲੋਂ ਬੋਲੇ ਹੋਏ ਉਹਨਾਂ ਨੂੰ ਪਸੰਦ ਨਹੀਂ ਆਏ। ਆਇਸ ਲੀਨ ਕੋ ਆਇਓ ਮੈਂ ਰਾਏ ਜੀ, ਦੇਹੋ ਬੁਝਾਈ ਕੇ ਬਾਤ ਸਿਜਨੀ। ਰਾਏ ਬੁਲਾਰ ਜੀ ਆਪ ਕਿਰਪਾ ਕਰੋ, ਆਗਿਆ ਦਿਓ, ਵਿਆਹ ਦੇ ਵਿੱਚ ਚੌਕੜ ਪੈਸੇ ਖਰਚਣੇ ਚਾਹੁੰਦੇ ਆ, ਜੇ ਤੁਹਾਡੀ ਕਿਰਪਾ ਹੋਵੇ, ਕੋਈ ਹੁਕਮ ਹੋਵੇ, ਕੋਈ ਨਵੀਂ ਸਲਾਹ ਹੋਵੇ, ਕਿਉਂਕਿ ਜਿਹੜੇ ਘਰ ਪਰਿਵਾਰ ਬਜ਼ੁਰਗਾਂ ਦੀ ਸਲਾਹ ਲੈ ਕੇ ਚੱਲਦੇ ਨੇ ਉਹ ਸਦਾ ਹੀ ਹੱਸਦੇ ਵਸਦੇ ਨੇ। ਜਿੱਥੇ ਲੋਕ ਇਹ ਸਮਝਣ ਲੱਗ ਜਾਣ ਅਸੀਂ ਸਿਆਣੇ ਬੜੇ ਆ, ਸਮਝਦਾਰ ਬੜੇ ਆ, ਉੱਥੇ ਰੋਣ ਦੀਆਂ ਆਵਾਜ਼ਾਂ ਆਉਂਦੀਆਂ, ਦੁੱਖਾਂ ਦੀ ਆਵਾਜ਼ ਆਉਂਦੀ ਹੈ। ਰਾਏ ਬੁਲਾਰ ਜੀ ਦੇ ਕੋਲ ਆਏ ਨੇ ਸਤਿਗੁਰਾਂ ਦੇ ਪਿਤਾ, ਜਿਹੜੇ ਪਟਵਾਰੀ ਜੀ ਨੇ, ਅੱਜ ਵਾਲਾ ਪਟਵਾਰੀ ਨਹੀਂ ਵੀ ਇੱਕ ਸੈਕਟਰ 'ਚ ਦੋ ਪਟਵਾਰੀ ਬੈਠੇ ਆ, 5 10 10 15 20 ਪਿੰਡਾਂ 'ਚ ਇੱਕ ਅੱਧਾ ਹੀ ਪਟਵਾਰੀ ਹੁੰਦਾ। ਉਹਨਾਂ ਸਮਿਆਂ 'ਚ ਪਟਵਾਰੀ ਕੌਣ ਸੀ? ਕਦੇ ਰਿਸਰਚ ਕਰਕੇ ਵੇਖੋ, ਖੋਜ ਕਰਕੇ ਵੇਖੋ, ਵੱਡੇ ਰਾਜਿਆਂ ਦੇ ਬੜੇ ਖਾਸ ਲੋਕ ਪਟਵਾਰੀ ਹੁੰਦੇ ਸੀ, ਜਿੱਥੇ ਉਹਨਾਂ ਕੋਲ ਜ਼ਮੀਨਾਂ ਤੋਂ ਲੈ ਕੇ ਸਭ ਕੁਝ ਸੀ ਨਾ। ਰਾਜੇ ਮਹਾਰਾਜਿਆਂ ਦੀ ਇੱਕ ਤਰ੍ਹਾਂ ਦੀ ਵਜ਼ਾਰਤ ਹੁੰਦੀ ਸੀ ਉਹਨਾਂ ਪਟਵਾਰੀਆਂ ਕੋਲ। ਜ਼ਗੀਰਾਂ ਜੋ ਰਾਜੇ ਮਹਾਰਾਜਿਆਂ ਦੀਆਂ ਹੁੰਦੀਆਂ ਸੀ, ਉਹਨਾਂ ਨੂੰ ਆਪਣੇ ਹੈਂਡਲ 'ਚ ਰੱਖਦੇ ਸੀ, ਜੋ ਸਮੇਂ ਦੇ ਪਟਵਾਰੀ ਸੀ, ਮੈਨੇਜ ਕਰਦੇ ਸੀ। ਤੇ ਇੱਥੇ ਰਾਏ ਬੁਲਾਰ ਜੀ ਦੇ ਸਭ ਤੋਂ ਖਾਸ ਪਟਵਾਰੀ ਨੇ ਸਤਿਗੁਰਾਂ ਦੇ ਪਿਤਾ ਜੀ। ਜਿੰਨੀ ਵੀ ਉਹਨਾਂ ਕੋਲ ਮਰਬਿਆਂ ਦੇ ਹਿਸਾਬ ਨਾਲ ਜ਼ਮੀਨ ਆ ਨਾ, 18,000 ਏਕੜ ਜ਼ਮੀਨ ਜਿੰਨੀ ਵੀ ਹੈ, ਉਹ ਸਾਰੀ ਦੀ ਸਾਰੀ ਸਤਿਗੁਰਾਂ ਦੇ ਪਿਤਾ ਜੀ ਹੈਂਡਲ ਕਰਦੇ ਸੀ। ਵੱਡੇ ਪਟਵਾਰੀ ਨੇ, ਪਤਾ ਨਹੀਂ ਉਹ ਤੋਂ ਥੱਲੇ ਕਿੰਨੇ ਕੁ ਲੋਕ ਕੰਮ ਕਰਦੇ ਸੀ। ਪਿਆਰ ਵੀ ਸਹਿਚਾਰ ਹੈ। ਹੁਣ ਸਹਿਚਾਰ ਤੇ ਪਿਆਰ ਦੇ ਦੋਨੇ ਭਾਵਾਂ ਦਾ ਫਰਕ ਹੁੰਦਾ ਹੈ, ਇਸੇ ਕਰਕੇ ਤੱਤੇ ਠੰਡੇ ਹੋ ਜਾਂਦੇ ਆਪਸ ਦੇ ਵਿੱਚ। ਰਾਏ ਬੁਲਾਰ ਜੀ ਨੂੰ ਪੁੱਛਿਆ, ਕਹਿੰਦੇ ਕੋਈ ਨਵੀਂ ਗੱਲ ਦੱਸੋ, ਕੁਛ ਨਵਾਂ ਕਰੀਏ, ਤੁਹਾਡੀ ਆਗਿਆ ਜੀ, ਤੁਹਾਡੀ ਸਲਾਹ ਚਾਹੀਦੀ ਹੈ। ਰਾਏ ਬੁਲਾਰ ਬੜੇ ਖੁਸ਼ ਹੋਏ, ਨੇਤਰ ਭਰ ਆਏ ਖੁਸ਼ੀ ਦੇ ਨਾਲ, ਵੀ ਸ਼ੁਕਰ ਹੈ ਸੁੱਖਾਂ ਸੁੱਖ ਦਿਆ ਖੁਸ਼ੀਆਂ ਦਾ ਵੇਲਾ ਆਇਆ ਏ। ਰੋਸ ਮੈਂ ਰਾਏ ਭਇਓ ਸੁਣ ਕੇ, ਮਤ ਕਾਲੂ ਰਹੀ ਤੁਜ ਨੀਤ ਅਜਾਨੀ। ਰਾਏ ਬੁਲਾਰ ਜੀ ਥੋੜੇ ਜਿਹੇ ਗੁੱਸੇ ਵਿੱਚ ਆਏ, ਰੋਸਾ ਕੀਤਾ ਉਹਨਾਂ ਨੇ ਸਤਿਗੁਰਾਂ ਦੇ ਪਿਤਾ ਨਾਲ। ਗੁਰੂ ਸਾਹਿਬ ਨਾਲ ਕੋਈ ਰੋਸਾ ਨਹੀਂ, ਸਤਿਗੁਰਾਂ ਦੇ ਬਚਨਾਂ ਤੇ ਖੁਸ਼ ਬੜੇ ਆ ਉਹ ਕਿ ਵਿਆਹ ਦਾ ਸਮਾਂ ਹੈ। ਆਖਣ ਲੱਗੇ ਉਹ ਪਟਵਾਰੀਆ, ਇਹ ਉਹਨਾਂ ਦਾ ਆਪਸੀ ਪਿਆਰ ਹੈ, ਸਾਡੇ ਲਈ ਤੇ ਬਹੁਤ ਵੱਡੇ ਨੇ, ਸਤਿਕਾਰਯੋਗ ਨੇ। ਕਹਿੰਦੇ ਪਟਵਾਰੀ ਦੁਨੀਆ ਇੱਧਰ ਦੀ ਇੱਧਰ ਹੋ ਜੂ, ਪਰ ਤੈਨੂੰ ਬੋਲਣ ਦਾ ਪਤਾ ਨਹੀਂ ਲੱਗਣਾ, ਖੁਦਾ ਦਾ ਨਾਮ ਤੂੰ ਨਹੀਂ ਸਮਝ ਸਕਦਾ। ਵੱਡੇ ਨੇ ਰਾਏ ਬੁਲਾਰ ਸਾਹਿਬ, ਉਮਰ ਵਿੱਚ ਵਡੇਰੇ ਨੇ, ਸਮੇਂ ਦੇ ਰਾਜੇ ਨੇ ਇਲਾਕੇ ਦੇ। ਗੁਰੂ ਸਾਹਿਬ ਦੇ ਪਿਤਾ ਨੇ ਇਹ ਤੇ ਸੋਚਿਆ ਹੀ ਨਹੀਂ, ਮੈਂ ਕਹਿ ਨਹੀਂ ਦਿੱਤਾ, ਕਿਉਂਕਿ ਖੁਸ਼ੀਆਂ ਵੇਲੇ ਬੋਲੇ ਹੋਏ ਸ਼ਬਦ ਕਈ ਵਾਰ ਜ਼ੁਬਾਨੋਂ ਫਿਸਲ ਜਾਂਦੇ ਨੇ। ਉਹਨਾਂ ਨੇ ਜਿਹੜਾ ਸ਼ਬਦ ਬੋਲਿਆ, ਹੋ ਸਕਦਾ ਕੋਈ ਹੋਰ ਰਾਜਾ ਹੁੰਦਾ ਉਹਨੂੰ ਵਧੀਆ ਲੱਗਦਾ, ਪਰ ਭਗਤੀ ਵਾਲੇ ਇਹ ਚੀਜ਼ਾਂ ਪਸੰਦ ਨਹੀਂ ਕਰਦੇ। ਜੋ ਇਬਾਦਤ ਵਾਲੇ ਨੇ, ਬੰਦਗੀ ਵਾਲੇ ਨੇ, ਨਾਮ ਜਪਣ ਵਾਲੀਆਂ ਰੂਹਾਂ ਨੇ ਨਾ, ਕਦੇ ਉਹਨਾਂ ਨੂੰ ਸ਼ਹਿਨਸ਼ਾਹ ਕਹਿ ਕੇ ਵੇਖਿਓ, ਕਦੇ ਮਹਾਂਪੁਰਖ ਕਹਿ ਕੇ ਵੇਖਿਓ, ਡਾਂਗਾ ਮਾਰ ਗਿੱਟੇ ਛੇਕ ਦਿੰਦੇ ਆ। ਜਿਹੜੇ ਬੰਦਗੀ ਵਾਲੇ ਆ ਉਹ ਨਹੀਂ ਕਹੋਂਦੇ, ਤੇ ਮੇਰੇ ਵਰਗਾ ਟੁੱਟਿਆ ਜਿਹਾ ਬੰਦਾ ਉਹ ਕਹਿੰਦਾ ਯਾਰ ਮੈਨੂੰ ਰੱਬ ਕਹਿ ਲਓ ਤੇ ਵਧੀਆ ਨਹੀਂ ਲੱਗਦਾ, ਮੈਨੂੰ ਸ਼ਹਿਨਸ਼ਾਹ ਕਹਿ ਲਓ ਚੰਗਾ ਲੱਗਦਾ ਹੈ। ਜਿਸ ਵੇਲੇ ਰਾਏ ਬੁਲਾਰ ਜੀ ਨੂੰ ਸ਼ਬਦ ਵਰਤੇ ਨਾ ਵੀ ਤੁਹਾਡੇ ਸੇਵਕ, ਸੇਵਕ ਕੌਣ ਹੁੰਦਾ? ਨੌਕਰ, ਦਾਸ, ਚੇਲਾ, ਮੁਰੀਦ। ਤੇ ਰਾਏ ਬੁਲਾਰ ਕਹਿੰਦੇ ਤੈਨੂੰ ਬੋਲਣ ਦਾ ਨਹੀਂ ਪਤਾ ਲੱਗਦਾ, ਤੈਨੂੰ ਖੁਸ਼ੀ ਦਾ, ਤੈਨੂੰ ਗਮ ਦਾ ਕੋਈ ਫਰਕ ਨਹੀਂ। ਆਤ ਪਛਾਨਤ ਭੇਦ ਲਖੈ ਨਹੀਂ, ਦੁਖਤ ਮੋਹਿ ਕਰੈ ਬਿਨ ਜਾਨੀ। ਅੱਗੇ ਤੇ ਆਪਣੇ ਪੁੱਤ ਦਾ ਭੇਦ ਨਹੀਂ ਸੀ ਜਾਣਦਾ, ਉਹਨੂੰ ਰੋਜ਼ ਦੁਖੀ ਕਰਨ ਦੀ ਕੋਸ਼ਿਸ਼ ਕਰਦਾ ਸੀ। ਹੁਣ ਤੂੰ ਠੇਕਾ ਲਿਆ ਹੋਇਆ,
भी मैनू दुखी करेगा। तेरे रोज़ ये काम हो गया। राय बुलार खिज के पै गए उन्होंने सतगुरां दे पिता नूं भी जद भी आउणा पटवारी एको गल कह दिंदा तुहाडे सेवक जी तुहाडे सेवक। वो कहंदे मैं तेनों कितनी बार समझाया भी आ शब्द ना वरतिया कर, क्योंकि हेठी वाले शब्द ने। रब किसी का सेवक नहीं, सारी सृष्टि का मालिक है। इस विजन तो राय बुलार गुरु नानक साहब नूं पछाणदे ने, पर पिता लई ते पुੱਤ है। पुੱਤ दी किन्नी कोई इज्जत करदा हुंदा है। पुੱਤ डीसी भी क्यों ना लग जे, बापू जिथे बैठू बुराइयां करू। पुੱਤ प्राइम मिनिस्टर क्यों ना बन जे, पुੱਤ साधु क्यों ना बन जे, महापुरख बंदगी वाला क्यों ना होवे, बापू चार बंदियां च बैठा लस्सी करन लगे नहीं वेखदा हुंदा। खुदा दा नाम मुंडा ही साडा सानू पता किन्ने वजे उठदा है की करदा है हुंदा है। राय बुलार जी गुरु नानक साहब महाराज नूं किन्ना प्रेम करदे आ। पिता प्यार करदे ने, मोह करदे ने, पर वो रब नहीं समझदे। इस करके उन्होंने फिर ਉਹਦੇ ਵਿੱਚ ਸ਼ਬਦ ਕਹਿੰਦੇ भी तुहाडे सेवक दा विआह जी असीं उत्थे चले आ सानू आग्या दिओ। वो कहंदे पहला शब्दावली ठीक करो, किहड़े शब्द वरते ने इन्हां नूं वापस लवो। दास लखै ते को मन में त्यों लोकन को पत जोगत दानी। गुरु साहब दे पिता जी एकदम खामोश जी हो गए, हाथ जोड़ के खड़ गए भी मैं कुछ गलती है ना जान के नहीं किया उन्होंने, सुभाविक हो गया निकल गया समान। राय बुलार आखण लगे जिहड़े तिन्ना लोकां दे मालिक ने, जो आप सृष्टि दे करता ने, जिन्हों करता पुरख कहंदे ने, मैं उन्हां दे दर दे सेवक, सेवकां दे रखे हुए कुत्ते, कुत्तियां दे पैरां दी धूल भी नहीं। आखो सतनाम। आ निवरता सिख चोरी चाहिदी है। मैं कहना मेरे वर्गा टुटिया जा बंदा कहना मैं जथेदार, मैं गुरमत प्यारा जी, मैं ते बहुत वड्डा हां। कदे पढ़ियो सतगुरां दी बाणी, कदे पढ़ियो भाई गुरदास जी दे वचन। वो कहंदे रब्बा तेरे सेवक सेवकां दे सेवक, सेवकां दे सेवकां दी चरण धूल बन जाण ते मेरे वर्गे नूं ते कोई गुरसिख बैठ नहीं आउंदा। गुरु घर कोई मेरे तो वध सेवा करे, साथों वध पाठ करे, वध सेवा करे, नाम जपे, सानूं चंगा लगदा। सानूं लगदा चौक में फरदा के होया किते ना किते हुंदा है। पर गुरु नानक साहब सच्चे पातशाह जी दे परथाए इन्ने सोहणे शब्द राय बुलार ने बोले कि करता है सृष्टि दा मालिक है। हो सकदा तेरे लिए तेरा पुੱਤ होवे, पर मैं उन्हां दा सेवक हां। राजा मैं तेरे लिए हो सकदा, नवाब मैं तेरे लिए हो सकदा, पटवारी पर उन्हां ਲਈ नहीं हां। ਉਹ ਤੇ ਮੇਰੇ स्वामी ਹਨ। होत हृदय मम रंज सुने बच फिर करो नह ऐस बखानी। राय बुलार कहते ਵਿਆਹ ਦੀ ਮੈਨੂੰ ਖੁਸ਼ੀ ਬੜੀ, ਪਰ ਤੇਰੇ ਸ਼ਬਦਾਂ ਦੇ ਮਾਰੇ ਹੋਏ ਬਾਣਾਂ ਦਾ ਮੈਨੂੰ ਰੰਜ ਬੜਾ ਹੈ, ਦੁੱਖ ਬੜਾ ਹੈ। ਹੱਥ ਜੋੜਦਾ ਤੇਰੇ ਅੱਗੇ, ਮੁੜ ਤੋਂ ਸੁਪਨੇ ਵਿੱਚ ਵੀ ਭੁੱਲ ਕੇ ਵੀ ਪਟਵਾਰੀ ਸਾਹਿਬ ਇਹ ਸ਼ਬਦ ਨਾ ਕਹਿੰਦੇ ਹੋ, ਦੁਬਾਰਾ ਨਾ ਰਿਪੀਟ ਕਰਿਓ। ਤੁਸੀਂ ਫੇਰ ਆ ਕੇ ਕਿਤੇ ਕਹਿ ਦੋ ਜੀ ਤੁਹਾਡੇ ਸੇਵਕ ਨਾਲ ਆ ਹੋ ਗਿਆ, ਉਹ ਸੇਵਕ ਨਹੀਂ ਨੇ। ਸ੍ਰਿਸ਼ਟੀ ਦੁਨੀਆ ਉਹਨਾਂ ਦੀ ਸੇਵਕ ਹੈ। ਤੋਹੇ ਰਹਿਓ ਸਮਝਾਈ ਸਬੈ ਵਿਦ ਏਕ ਵੀ ਬਾਤ ਨਹੀਂ ਮਨ ਮਾਨੀ। ਗੁੱਸੇ ਵਿੱਚ ਆਏ ਹੋਏ ਰਾਏ ਬੁਲਾਰ ਸਾਹਿਬ ਰੋ ਪਏ, ਗੁੱਸੇ ਚ ਆਏ ਹੋਏ। ਕਈ ਵਾਰ ਲੋਕ ਭਾਵੁਕ ਹੋ ਕੇ ਰੋ ਪੈਂਦੇ ਨੇ, ਕਹਿੰਦੇ ਤੂੰ ਨਹੀਂ ਸਮਝ ਸਕਦਾ, ਤੈਨੂੰ ਸਮਝਾਉਣ ਦਾ ਫਾਇਦਾ ਕੀ ਹੈ। ਮੈਂ ਲੱਖ ਵਾਰ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਟਵਾਰੀਆ ਦਿਲ ਦਿਖਾਉਣ ਵਿੱਚ ਤੂੰ ਕਸਰ ਨਹੀਂ ਛੱਡਦਾ। ਆਖੋ ਸਤਨਾਮ। ਬਹੁਤ ਮਾੜਾ ਦਿਲ ਦੁਖਾਇਆ ਮੇਰਾ, ਤੂੰ ਰੱਬ ਨੂੰ ਆ ਕੇ ਇਹ ਕਹਿਣਾ ਹੈ ਵੀ ਉਹ ਮੇਰਾ ਸੇਵਕ ਹੈ। ਮੈਨੂੰ ਇਹ ਸ਼ਬਦ ਸਾਉਣ ਨਹੀਂ ਦਿੰਦੇ, ਮੈਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਮਾਫੀ ਮੰਗ। ਪਿਆਰ ਚ ਕਹਿੰਦੇ ਆਪ ਅੱਗੋਂ ਵਾਦਾ ਕਰੋ ਕਿ ਸ਼ਬਦ ਨਹੀਂ ਵਰਤੋਗੇ। ਉਹ ਤੇ ਆਪ ਪਰਮੇਸ਼ਰ ਨੇ, ਪਰ ਪਰਮੇਸ਼ਰ ਦੀ ਨਿਮਰਤਾ ਕੀ ਹੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹ ਤੋਂ ਪਹਿਲਾਂ ਮਰਦ ਆਪਣੇ ਆਪ ਨੂੰ ਦਾਸ ਦੱਸਦੇ। ਪਾਣੀ ਦਾ ਕੋਈ ਸ਼ਬਦ ਪੜ੍ਹ ਲਓ, ਦਾਸ ਸ਼ਬਦ ਹੈ। ਆਪਣੇ ਆਪ ਨੂੰ ਉਹਨਾਂ ਨੇ ਬੜੇ ਸ਼ਬਦ ਇਦਾਂ ਦੇ ਵਰਤੇ ਆ ਕਿ ਦੁਨੀਆ ਸਮਝ ਕੇ ਰੋ ਪੈਂਦੀ ਹੈ। ਗੁਰੂ ਸਾਹਿਬ ਕਹਿੰਦੇ ਆ ਇੰਨੀ ਨਿਮਰਤਾ ਦੇ ਵਿੱਚ ਰੱਬ ਹੋ ਕੇ, ਪਰਮਾਤਮਾ ਹੋ ਕੇ ਕਦੇ ਨਹੀਂ ਕਿਹਾ ਮੈਂ ਸ੍ਰਿਸ਼ਟੀ ਦਾ ਮਾਲਕ, ਮੈਂ ਦੁਨੀਆ ਬਣਾਉਣ ਵਾਲਾ। ਓਏ ਲੋਕੋ ਜੇ ਤੁਸੀਂ ਮੇਰਾ ਨਾਮ ਨਹੀਂ ਜਪਿਆ ਮੈਂ ਉਲਟੇ ਕਰ ਦੂੰ। ਸੁਣਿਆ ਕਦੇ? ਨਹੀਂ ਨਹੀਂ। ਸ੍ਰਿਸ਼ਟੀ ਬਣਾਉਣ ਵਾਲਾ ਸ੍ਰਿਸ਼ਟੀ ਦਾ ਸਦਾ ਹੀ ਭਲਾ ਮੰਗਦਾ ਹੈ। ਉਹਨੂੰ ਗਾਲਾਂ ਕੱਢਣ ਵਾਲੇ, ਕੋਈ ਗੁਰਦੁਆਰੇ ਵਾਲੇ ਪਾਸੇ ਮੂੰਹ ਕਰਕੇ ਗਾਲਾਂ ਕੱਢੇ, ਮੰਦਰ ਖੜ ਕੇ ਗਾਲਾਂ ਕੱਢੀ ਜਾਏ ਵੀ ਰੱਬਾ
ਤੂੰ ਮੇਰਾ ਵੀ ਲੱਗਦਾ ਉਹ ਫਿਰ ਵੀ ਕਹਿੰਦਾ ਤੇਰਾ ਵੀ ਭਲਾ ਹੋਵੇ। ਉਹਦੀ ਨਜ਼ਰ 'ਚ ਥੋੜਾ ਕੋਈ ਚੰਗਾ ਬਣਿਆ, ਉਹਦੀ ਨਜ਼ਰ ਵਿੱਚ ਪੁੰਨ ਪਾਪ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਬੜੀ ਵਾਰ ਲਿਖਿਆ ਤੇ ਪਾਰ ਬ੍ਰਹਮ ਸ਼ਬਦ ਜਿਹੜਾ ਹੁੰਦਾ ਨਾ ਉਹਦਾ ਅਰਥ ਕੀ ਹੈ ਵੀ ਪਾਪਾਂ ਪੁੰਨਾਂ ਤੋਂ ਰਹਿਤ ਹੈ। ਦੁਨੀਆ ਪਾਪਾਂ ਤੇ ਪੁੰਨਾਂ ਦੇ ਸਹਿਤ ਹੈ, ਇਸ ਕਰਕੇ ਸਾਡੀ ਉਹਦੇ ਨਾਲ ਘੱਟ ਬਣਦੀ ਹੈ। ਪਰ ਜਿਨ੍ਹਾਂ ਨੇ ਉਹਨੂੰ ਸਮਝਿਆ ਉਹ ਰਾਏ ਬੁਲਾਰ ਵਾਂਗ ਭਾਵੁਕ ਹੋ ਕੇ ਰੋ ਪੈਂਦੇ ਨੇ। ਰਾਏ ਬੁਲਾਰ ਦੀਆਂ ਅੱਖਾਂ 'ਚੋਂ ਸੱਚ ਦੇ ਹੰਝੂ ਸੀ। ਇੱਕ ਤੇ ਹੁੰਦਾ ਨਾ ਲੋਕੀ ਦਿਖਾਵਾ, ਕਈ ਵਾਰ ਫਰੋਜ ਚੱਲ ਪੈਂਦਾ ਹੈਗਾ, ਕਿਸੇ ਨਾਲ ਗੱਲਾਂ ਕਰਦੇ ਰੋ ਪੈਂਦੇ ਆ, ਅਸੀਂ ਕਿਸੇ ਨੂੰ ਯਾਦ ਕਰਕੇ ਰੋ ਪੈਂਦੇ ਆ, ਕਿਤੇ ਕਥਾ ਕੀਰਤਨ ਚੱਲਦਾ ਲੋਕੀ ਹੰਝੂ ਸਾਫ਼ ਕਰਨ ਲੱਗ ਜਾਂਦੇ, ਉਹ ਹੁੰਦੇ ਵਕਤੀ ਤੌਰ ਦਾ ਭਾਵ। ਪਰ ਇੱਕ ਪ੍ਰੇਮ ਹੈ, ਭਾਵਨਾ ਹੈ। ਜਦੋਂ ਸਤਿਗੁਰਾਂ ਦੇ ਪਿਤਾ ਜੀ ਨੇ ਵੇਖਿਆ ਨਾ ਉਹਨਾਂ ਨੂੰ ਪਛਤਾਵਾ ਜਾ ਹੋਇਆ। ਉਹ ਮੱਲਾ ਮੇਰਿਆ ਖੁਸ਼ਖਬਰੀ ਦਿੰਦਾ ਦਿੰਦਾ ਕਰ ਕੀ ਕੇ ਤੂੰ ਕੀ ਬੋਲ ਬੈਠਾ ਏ। ਆਲੂ ਬਖਾਨਤ ਰਾਏ ਸੁਣੋ, ਤੁਮੈ ਇਸ ਕੀ ਸਮ ਜਾਣਤ ਹੋ। ਸਤਿਗੁਰਾਂ ਦੇ ਪਿਤਾ ਨੇ ਫੀਲ ਕੀਤਾ ਪ੍ਰੇਮ ਕਿੰਨਾ ਹੋਊਗਾ ਜੀ ਆਪਸ ਵਿੱਚ। ਕਹਿੰਦੇ ਰਾਏ ਬੁਲਾਰ ਸਾਹਿਬ ਮੈਥੋਂ ਗਲਤੀ ਹੋ ਗਈ, ਅਣਜਾਣੇ ਵਿੱਚ ਮੈਥੋਂ ਕਹਿ ਹੋਇਆ, ਮੈਂ ਤੁਹਾਡਾ ਦਿਲ ਦਿਖਾਉਣ ਨਹੀਂ ਸੀ ਆਇਆ। ਕਿੰਨਾ ਰੋਈ ਹੋਣਗੇ ਰਾਏ ਬੁਲਾਰ ਸਾਹਿਬ। ਗੱਲਾਂ ਦਿਲ ਤੇ ਲੱਗਦੀਆਂ ਨੇ। ਸ਼ਬਦਾਂ ਦੇ ਬਾਣ ਬੜੇ ਤਿੱਖੇ ਹੁੰਦੇ ਆ। ਕਿਰਪਾਨਾਂ ਦੇ ਲੱਗੇ ਫੱਟ ਸੀਤੇ ਜਾ ਸਕਦੇ ਆ, ਭੱਜੇ ਜਾ ਸਕਦੇ, ਮਿਟਾਏ ਜਾ ਸਕਦੇ ਆ। ਜ਼ੁਬਾਨਾਂ ਦੇ ਲੱਗੇ ਫੱਟ ਦਿਲਾਂ ਤੇ ਕਦੇ ਲੱਥਦੇ ਨਹੀਂ। ਸਤਿਗੁਰਾਂ ਦੇ ਪਿਤਾ ਹੱਥ ਜੋੜ ਕੇ ਕਹਿੰਦੇ ਮੈਂ ਤੁਹਾਨੂੰ ਰੱਬ ਦੀ ਥਾਂ ਮੰਨਦਾ। ਕੋਈ ਅੱਗੇ ਸੱਚੀ ਰਾਜੇ ਮਹਾਰਾਜੇ ਰੱਬ ਵਰਗੀ ਹੁੰਦੀ ਸੀ। ਜਦੋਂ ਪੁਰਾਤਨ ਯੁੱਗਾਂ ਦੀ ਆਪਾਂ ਵਾਰਤਾ ਪੜ੍ਹਦੇ ਆ ਨਾ, ਫਲਾਣਾ ਰਾਜਾ ਭਗਵਾਨ ਸੀ। ਕਿਉਂ ਸੀ ਭਾਈ? ਅੱਗੇ ਰਾਜੇ ਮਹਾਰਾਜੇ ਪਰਜਾ ਦੇ ਨਾਲ ਇਨਸਾਫ ਕਰਦੇ ਸੀ। ਪਰਜਾ ਨੂੰ ਆਪਣਾ ਭਗਤ, ਆਪਣੇ ਬੱਚੇ ਮੰਨਦੇ ਸੀ। ਆਪਣੇ ਬੱਚਿਆਂ ਨਾਲ ਹਰ ਬੰਦਾ ਇਨਸਾਫ ਕਰਦਾ ਤੇ ਲੋਕੀ ਕਹਿੰਦੇ ਸੀ ਭਗਵਾਨ। ਹੁਣ ਰਾਜੇ ਜਨਕ ਨੂੰ ਬਾਣੀ ਨੇ ਲਿਖਿਆ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਹੁਣ ਰਾਜਾ ਜਨਕ ਕੌਣ ਸੀ? ਇੱਕ ਰਾਜਾ ਸੀ, ਪਰ ਦੁਨੀਆ ਲਈ ਰੱਬ ਤੋਂ ਘੱਟ ਨਹੀਂ ਸੀ। ਆਖੋ ਸਤਿਨਾਮ। ਅੱਗੇ ਰਾਜੇ ਭਗਤੀ ਕਰਦੇ ਸੀ, ਭਗਤੀ ਵਾਲੇ ਲੋਕਾਂ ਨੂੰ ਬੁਲਾਉਂਦੇ ਸੀ। ਹੁਣ ਦੇ ਰਾਜੇ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਲੇ। ਹੁਣ ਦੇ ਰਾਜੇ ਮਰਦ ਨੇ ਕੁੱਤਿਆਂ ਨਾਲ ਤਰਜੀਹ ਦਿੱਤੀ ਹੈ। ਚੱਕੀਆਂ ਚੱਟਣੀਆਂ ਨੇ, ਅਯਾਸ਼ੀਆਂ ਕਰਨੀਆਂ ਨੇ, ਦੁਨੀਆ ਨੂੰ ਲੁੱਟਣਾ ਹੈ। ਅੱਜ ਦੇ ਸਮੇਂ ਕੀ ਹੈ? ਰਾਜਨੀਤੀ ਇੱਕ ਝੂਠ ਦਾ ਪਲੰਦਾ। ਇਹਦੇ ਵਿੱਚ ਆਓ ਆਪਣਾ ਘਰ ਬਣਾਓ, ਅਸੀਂ ਕੀ ਲੈਣਾ ਲੋਕਾਂ ਤੋਂ। ਲੋਕ ਕੱਲ ਮਰਦੇ ਅੱਜ ਮਰਨ, ਸਾਡਾ ਘਰ ਸਾਡੀ ਕੁੱਲ ਵੱਡੀ ਹੋਵੇ, ਸਾਡੇ ਕੋਲ ਮਾਇਆ ਹੋਵੇ। ਅੱਗੇ ਲੋਕ ਰਾਜੇ ਮਹਾਰਾਜੇ ਬਣਦੇ ਸੀ, ਦੁਨੀਆ ਦਾ ਦੁੱਖ ਨਹੀਂ ਸੀ ਜਰਿਆ ਜਾਂਦਾ, ਭਗਵਾਨ ਬਣਦੇ ਸੀ। ਰਾਏ ਬੁਲਾਰ ਜਿੱਥੇ ਉਹ ਦੁਨਿਆਵੀ ਤੌਰ ਤੇ ਲੋਕਾਂ ਲਈ ਰੱਬ ਨਹੀਂ, ਉਹ ਰੱਬ ਤੋਂ ਘੱਟ ਹੈ ਜਿਹੜਾ ਰੋਟੀ ਕੱਪੜਾ ਮਕਾਨ ਸਭ ਕੁਝ ਦਿੰਦਾ ਹੈ। ਬੇਸ਼ੱਕ ਯੂਰਪ ਦੇ ਲੋਕ ਰੱਬ ਨੂੰ ਘੱਟ ਮੰਨਦੇ ਹੋਣੇ, ਪਰ ਉੱਥੋਂ ਦੇ ਰਾਜੇ ਮਹਾਰਾਜੇ, ਉੱਥੋਂ ਦੀਆਂ ਸਰਕਾਰਾਂ ਤੋਂ ਲੋਕ ਕਿੰਨੇ ਖੁਸ਼ ਨੇ। ਆ ਰੱਬਾਂ ਦੇ ਦੇਸ਼ ਵਿੱਚ, ਭਗਤਾਂ ਦੇ ਦੇਸ਼ ਵਿੱਚ, ਰਿਸ਼ੀਆਂ ਮੁਨੀਆਂ ਦੇ ਦੇਸ਼ ਵਿੱਚ ਜਿੰਨੇ ਲੋਕ ਇਹਨਾਂ ਪਾਪੀਆਂ ਤੋਂ ਦੁਖੀ ਨੇ, ਇੰਨੇ ਕਿਸੇ ਹੋਰ ਤੋਂ ਨਹੀਂ। ਸਾਡੇ ਕੋਲ ਆਪਸ਼ਨ ਕੋਈ ਨਹੀਂ, ਹਰ ਪਾਸੇ ਤੋਂ ਦੁਖੀ ਆ। ਅਸੀਂ ਕਹਿ ਸਕਦੇ ਹਾਂ ਵੀ ਅਸੀਂ ਪੁਰਾਣੇ ਰਾਜੇ ਤੋਂ ਖੁਸ਼ ਹਾਂ, ਕੋਈ ਵੀ ਨਹੀਂ ਖੁਸ਼। ਬਸ ਆ ਜਿਹੜੇ ਅੰਧ ਭਗਤ ਨੇ ਖੁਸ਼ ਹੋ ਸਕਦੇ ਆ, ਜਿਹਨਾਂ ਦੇ ਦਿਮਾਗ 'ਚ ਗੋਬਰ ਭਰਿਆ, ਉਹਨਾਂ ਦਾ ਤੇ ਚਲੋ ਰੱਬ ਰੱਖ ਹੈ। ਉਹਦੇ ਕਹਿੰਦੇ 5000 ਨੂੰ ਲੀਟਰ ਪੈਟਰੋਲ ਹੋ ਜੇ ਤਾਂ ਵੀ ਲੈ ਲਾਂਗੇ, ਇਹ ਆਦੇ ਸਭ ਕੁਛ ਹੈ। ਪਰ ਜਿਨ੍ਹਾਂ ਤੇ ਸਮਝਦੇ ਬਣ ਲੱਗੇ, ਜਿਨ੍ਹਾਂ ਨੂੰ ਪਤਾ ਆਪਣੇ ਆਪ ਦਾ, ਉਹ ਜਾਣਦੇ ਨੇ ਵੀ ਅਸੀਂ ਕਿਹੜੇ ਹਾਲਾਤਾਂ 'ਚ ਖੜੇ ਆ, ਰਾਜਾ ਕੌਣ ਹੈ। ਹੁਣ ਰਾਏ ਬੁਲਾਰ ਸਾਹਿਬ ਉਹ ਇੱਕ ਪਾਸੇ ਤੇ ਦੁਨਿਆਵੀ ਰਾਜੇ ਨੇ, ਰੱਬ ਰੂਪ ਨੇ, ਦੂਜੇ ਪਾਸੇ ਸੁਭਾਅ ਕਰਕੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਪ੍ਰੇਮੀ ਨੇ, ਰੱਬ ਦੇ ਪਿਆਰੇ, ਰੱਬ ਵਰਗੇ ਹੁੰਦੇ ਨੇ। ਸਤਿਗੁਰਾਂ ਦੇ ਪਿਤਾ ਕਹਿੰਦੇ ਮੈਂ ਤੇ ਆਪਣੀ ਭਾਵਨਾ 'ਚ ਬੋਲਿਆ ਸੀ ਵੀ ਮੈਂ ਤੁਹਾਨੂੰ ਰੱਬ ਜਾਣਿਆ, ਇਸ ਕਰਕੇ ਨਾਨਕ ਜੀ ਨੂੰ ਤੁਹਾਡਾ ਸੇਵਕ ਰਸਿਆ ਏ। ਬੈਸਵੜੀ ਪੁਰਖੀ ਪਤਰਾਵਰ, ਆਦਰ ਮਾਨ ਪਛਾਨਤ ਹੋ। ਬਾਕੀ ਮੈਂ ਮਾਫੀ ਮੰਗਦਾ ਜੀ ਆਪ ਜੀ ਤੋਂ, ਤੁਹਾਡਾ ਦਿਲ ਦੁਖਾਇਆ ਗਿਆ। ਤੁਸੀਂ ਨਗਰ ਦੇ ਰਾਜੇ ਹੋ, ਉਮਰ ਵਿੱਚ ਵੱਡੇ ਹੋ, ਤੁਹਾਡਾ ਮਾਣ ਸਤਿਕਾਰ ਹੈ, ਇਸੇ ਕਰਕੇ ਹਰ ਕੰਮ ਤੁਹਾਡੇ ਤੋਂ ਪੁੱਛ ਕੇ ਕਰਦੇ ਆ। ਤੇ ਰਾਏ ਬੁਲਾਰ ਸਾਹਿਬ ਵੀ ਮਾਣ ਰੱਖਦੇ ਆ, ਪਰ ਉਹ ਜਾਣਦੇ ਆ ਵੀ ਇਹਨਾਂ ਦੇ ਸ਼ਬਦਾਂ ਦੀ ਹੇਰ ਫੇਰ ਆ। ਕਈ ਵਾਰ ਇਹੋ ਜਿਹਾ ਬੋਲ ਜਾਂਦੇ ਆ ਕਿ ਚਲੋ ਰਾਏ ਬੁਲਾਰ ਸਾਹਿਬ ਦੀ ਤੇ ਗੱਲ ਛੱਡੋ, ਤੇ ਗੁਰੂ ਨਾਨਕ ਸਾਹਿਬ ਨੂੰ ਕਹਿ ਦਿੰਦੇ ਸੀ। ਇੱਥੋਂ ਤੱਕ ਪਿਤਾ ਜੀ ਨੇ ਸ਼ਬਦ ਵਰਤੇ ਹੋਏ, ਆਪ ਜੀ ਨੇ ਸੁਣੇ ਨੇ ਗੁੱਸੇ 'ਚ ਵੀ ਜੇ ਤੂੰ ਸਾਡੇ ਘਰੇ ਨਾ ਜਾਉਂਦਾ ਤੇ ਚੰਗਾ ਸੀ। ਬੜੀ ਵਾਰ ਬੋਲਿਆ, ਕਹਿੰਦੇ ਮੇਰਾ ਪੁੱਤ ਨਕੰਮਾ ਹੈ, ਇਹ ਬੇਲੜ ਹੈ। ਤੇ ਜਦੋਂ ਬਾਪੂ ਕਹਿੰਦਾ ਸੀ ਤੇ ਫਿਰ ਲੋਕਾਂ ਨੇ ਤੇ ਕਹਿਣਾ ਹੀ ਸੀ ਵੀ ਸੁੱਤਾ ਹੀ ਰਹਿੰਦਾ ਹੈ, ਇਹਨੂੰ ਕੀ ਹੈ, ਸਾਦਾ ਨਾਲ ਤੁਰਿਆ ਫਿਰਦਾ ਹੈ, ਇਹਨੇ ਕਿਹੜਾ ਪੜ੍ਹਨਾ ਲਿਖਣਾ ਹੈ, ਇਹਨੇ ਤੇ ਘਰ ਉਜਾੜ ਦੇਣਾ ਹੈ। ਲੋਕ ਵੀ ਕਹਿੰਦੇ ਸੀ, ਜਦੋਂ ਘਰ ਦੇ ਕਹਿੰਦੇ ਸੀ। ਜਿੱਦਣ ਤੁਹਾਨੂੰ ਤੁਹਾਡਾ ਪਰਿਵਾਰ ਭੰਡੂਗਾ ਨਾ,
विश्वास ना रखियो भी लोग सिफतां करनगे। दुनिया की लगदी तुहाडी जदों अपने सिफतां करनगे ना फिर बगाने दियां कड्डियां गालां भी दुख नहीं दिंदियां, बगाने दे बोले बोल असर नहीं करते। पता हुंदा भी मेरे नाल मेरा परिवार एग्री है, मेरे नाल खुश ने, मैं उन्हां तो खुश हां, मैं लोकां तो भी लैंदा। जिहड़ा घरों दुखी है ना बाहरों भी दुखी है। बाणी ने बड़ा सूक्ष्म विचार दिता है, घर सुख वसिया बाहर सुख पाया। ਇਹਦਾ अर्थ ਅਸੀਂ ਕੀ ਕਰੀ ਜਾਂਦੇ ਬਾਹਰੋਂ, ਹਾਂਜੀ ਸਾਡਾ ਘਰ ਸੁਖੀ ਹੈ ਤੇ ਬਾਹਰੋਂ ਵੀ ਸੁਖੀ ਹੋਵਾਂਗੇ। ਬਾਹਰ ਕਿਤੇ ਕੈਨੇਡਾ ਜਾ ਕੇ, ਅਮਰੀਕਾ ਜਾ ਕੇ ਪੁੱਛੋ ਤੇ ਸਹੀ ਜਿਹੜੇ ਉੱਥੇ ਬੈਠੇ ਆ ਉਹ ਕਹਿੰਦੇ ਸਾਨੂੰ ਇੰਡੀਆ ਵਾਪਸ ਬੁਲਾ ਲਓ, ਅਸੀਂ ਮਰ ਜਾਣਾ ਇੱਥੇ, ਸਾਡੇ ਟੱਬਰ ਇੱਥੇ ਰੁਲਦਾ। ਭਾਵ ਕੀ ਹੈ, ਘਰ ਨਾਮ ਹਿਰਦੇ ਦਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਆਨੰਦ ਹੈ ਉਹ ਜੰਗਲਾਂ ਵਿੱਚ ਬੈਠੇ ਵੀ ਰੱਬ ਰੱਬ ਕਰਕੇ ਖੁਸ਼ ਨੇ, ਤੇ ਜਿਨ੍ਹਾਂ ਦਾ ਮਨ ਦੁਖੀ ਹੈ ਨਾ ਉਹ ਮਹਿਫਲਾਂ ਵਿੱਚ ਬੈਠੇ ਵੀ ਰੋਂਦੇ ਵੇਖੇ ਜਾਂਦੇ ਨੇ। ਰਾਏ ਬੁਲਾਰ ਸਾਹਿਬ ਦੇ ਸਨਮੁਖ ਸਤਿਗੁਰਾਂ ਦੇ ਪਿਤਾ ਨੇ ਹੱਥ ਜੋੜ ਮਾਫੀ ਮੰਗੀ ਕਿ ਪ੍ਰੇਮ ਦੀ ਵਾਰਤਾ ਹੈ। ਕਹਿੰਦੇ ਖਾਨ ਸਾਹਿਬ ਗੁਸਤਾਖੀ ਮਾਫ, ਮੈਨੂੰ ਨਹੀਂ ਸੀ ਪਤਾ ਮੇਰੇ ਇਹਨਾਂ ਬੋਲਾਂ ਨੇ ਤੁਹਾਡਾ ਹਿਰਦਾ ਵਿੰਨ ਦੇਣਾ, ਕਾਲਜਾ ਛੇਦ ਦੇਣਾ ਏ। ਆਦਰ ਔਰਨ ਬਤਨ ਕੋ ਸੁਣ ਕਾਲੂ ਮੈਂ ਹੀ ਨਤ ਮਾਨਤ ਹੂੰ। ਤੇ ਰਾਏ ਬੁਲਾਰ ਸਾਹਿਬ ਨੇ ਵੀ ਜਵਾਬ ਦਿੱਤਾ, ਕਹਿੰਦੇ ਕਲਿਆਣ ਚੰਦ ਮੈਂ ਵੀ ਤੈਨੂੰ ਆਪਣੇ ਭਰਾਵਾਂ ਵਾਂਗ ਮੰਨਦਾ, ਕੁਛ ਵੀ ਮੇਰੇ ਦਿਲ 'ਚ ਨਹੀਂ ਹੈ, ਤੇਰੀ ਹਰ ਗੱਲ ਮੈਨੂੰ ਚੰਗੀ ਲੱਗਦੀ, ਮੈਂ ਤੇਰੀ ਹਰ ਗੱਲ ਬਰਦਾਸ਼ਤ ਕਰ ਸਕਦਾ, ਪਰ ਜਦੋਂ ਤੂੰ ਗੁਰੂ ਨਾਨਕ ਸਾਹਿਬ ਬਾਰੇ ਕਹਿ ਦਿੰਦਾ ਨਾ ਵੀ ਤੁਹਾਡੇ ਸੇਵਕ ਨੇ, ਮੈਥੋਂ ਨਹੀਂ ਜਰਿਆ ਜਾਂਦਾ, ਖੁਦਾ ਦਾ ਨਾਮ ਮੇਰਾ ਮਨ ਨਹੀਂ ਮੰਨਦਾ। ਇੱਕ ਰਾਜਾ ਕਹਿੰਦਾ ਇੱਥੇ ਜਿਹਨੂੰ ਮਰਜ਼ੀ ਸੁਣ ਲਓ, ਹਰੇਕ ਬੰਦਾ ਆਪਣੇ ਨਾਮ ਨਾਲ ਸਾਹਿਬ ਲਗਾਉਣ ਨੂੰ ਫਿਰਦਾ ਹੈ ਵੀ ਉਹ ਅਗਲਾ ਕਹੇ ਜੱਟ ਸਾਹਿਬ, ਸੈਣੀ ਸਾਹਿਬ, ਕੰਬੋਜ ਸਾਹਿਬ, ਫਲਾਣਾ ਸਾਹਿਬ, ਹਉਮੈ ਅੰਦਰ। ਤੇ ਰਾਏ ਬੁਲਾਰ ਸਾਹਿਬ ਵੇਖ ਜਿਹਨੂੰ ਸਾਹਿਬ ਕਿਹਾ ਜਾ ਸਕਦਾ ਹੈ, ਜਿਹਨੂੰ ਖਾਨ ਸਾਹਿਬ ਦੁਨੀਆ ਕਹਿੰਦੀ ਹੈ, ਜਮਾਨਾ ਖੜ ਖੜ ਜਿਨ੍ਹਾਂ ਦਾ ਸਤਿਕਾਰ ਕਰਦਾ ਹੈ, ਉਹ ਕਿਹਨੂੰ ਸਾਹਿਬ ਕਹਿੰਦੇ ਨੇ? ਗੁਰੂ ਨਾਨਕ ਸਾਹਿਬ ਨੂੰ ਆਖੋ ਸਤਿਨਾਮ ਇਹ ਹੁੰਦਾ ਰਾਜਾ। ਕਹਿੰਦੇ ਜਦੋਂ ਤੂੰ ਉਸ ਮਾਲਕ ਨੂੰ ਸ੍ਰਿਸ਼ਟੀ ਦੇ ਨੂੰ ਕਹਿੰਦਾ ਨਾ ਕਿ ਵੀ ਤੇਰਾ ਸੇਵਕ, ਕਹਿੰਦੇ ਬਹੁਤ ਵੱਡਾ ਦੁੱਖ ਲੱਗਦਾ ਹੈ ਕਲਿਆਣ ਚੰਦ ਦੀ ਜ਼ਿੰਦਗੀ ਦੇ ਵਿੱਚ ਇਹ ਨਾ ਭੁੱਲਿਓ, ਮੈਥੋਂ ਜਰਿਆ ਜਾਣਾ ਨਹੀਂ। ਸੀਸ ਕਰੀਟ ਸੁਹਾਵਤ ਹੈ ਪਗ ਪਾਵਤ ਮੂੜ ਮੋਠਾਨਤ ਹੋ। ਕਹਿੰਦੇ ਮੇਰਾ ਤੇ ਥਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸਿਰ ਹੈ, ਬੜਾ ਵੱਡਾ ਰੁਤਬਾ ਹੈ। ਗੁਰੂ ਦੇ ਚਰਨਾਂ ਵਿੱਚ ਹੀ ਸਿਰ ਰੱਖਿਆ ਜਾ ਸਕਦਾ, ਸਿਰ ਕੱਟਿਆ ਜਾ ਸਕਦਾ, ਵੱਢਿਆ ਜਾ ਸਕਦਾ, ਝੁਕਾਇਆ ਨਹੀਂ ਜਾ ਸਕਦਾ। ਜਿਸ ਰਾਏ ਬੁਲਾਰ ਦੇ ਦਰ ਤੇ ਪਤਾ ਨਹੀਂ ਛੋਟੇ ਵੱਡੇ ਕਿੰਨੇ ਰਾਜੀ ਸਲਾਮਾਂ ਕਰਦੇ ਆ, ਕਿੰਨੇ ਕਾਜ਼ੀ ਮੁੱਲਾ ਨੂੰ ਮੱਥਾ ਟੇਕਦੇ ਨੇ ਰੋਜ਼ ਜਦੋਂ ਚੱਲਦਾ ਉਹ ਪਾਲਕੀ 'ਚ ਬਹਿ ਕੇ ਤੁਰਦਾ ਹੈ, ਪਰ ਉਹ ਕਹਿੰਦੇ ਮੇਰਾ ਇਹ ਸਿਰ, ਮੇਰਾ ਇਹ ਮਸਤਕ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਹੈ, ਮੇਰਾ ਸਦਾ ਹੀ ਸਜਦਾ ਹੈ, ਮੇਰੀ ਪ੍ਰਣਾਮ ਕਰਿਓ, ਮੇਰੇ ਵੱਲੋਂ ਜੋ ਸੇਵਾ ਹੋਵੇ ਉਹ ਕਰਨਾ ਦਿਓ। ਸਤਿਗੁਰਾਂ ਦੇ ਪਿਤਾ ਕਹਿੰਦੇ ਹੱਥ ਜੋੜੇ, ਉਹ ਕਹਿੰਦੇ ਤੁਸੀਂ ਮਾੜੇ ਨਹੀਂ ਹੋ, ਤੁਹਾਡੇ ਕੁਝ ਸ਼ਬਦ ਨੇ ਮੈਂ ਮਾੜੇ ਵੀ ਨਹੀਂ ਕਹਿ ਸਕਦਾ ਜਿਹੜੇ ਦਿਲ ਨੂੰ ਲੱਗ ਜਾਂਦੇ ਨੇ, ਟੁੰਬ ਜਾਂਦੇ ਆ। ਕੋਲ ਬਿਠਾਇਆ, ਆਪਣੇ ਸਾਥੀਆਂ ਨੂੰ ਕਿਹਾ ਇਹਨਾਂ ਦਾ ਮੂੰਹ ਮਿੱਠਾ ਕਰੋ। ਸਤਿਗੁਰਾਂ ਦੇ ਪਿਤਾ ਜੀ ਖੁਸ਼ਖਬਰੀ ਲੈ ਕੇ ਆਏ, ਖੁਸ਼ੀ ਸੁਣਾਉਣ ਆਏ ਆ। ਰਾਏ ਬੁਲਾਰ ਜੀ ਨੇ ਮਠਿਆਈ ਮੰਗਾਈ, ਕਲਿਆਣ ਚੰਦ ਜੀ ਦਾ ਮੁਖ ਆਪਣੇ ਹੱਥੀਂ ਮਿੱਠਾ ਕਰਾਇਆ ਏ। ਦੋਹਰਾ ਅਬ ਕੋ ਕਹਿਬੋ ਬਖਸ਼ੀਏ ਬੋਰ ਨ ਕਰੋ ਉਚਾਰ ਵਿਸਰ ਜਾਤ ਮਮਰ ਦੇਤੇ ਰਾਖੋ ਅਬੈ ਸੰਭਾਰ। ਸਤਿਗੁਰਾਂ ਦੇ ਪਿਤਾ ਨੇ ਖੁਸ਼ ਹੋ ਕੇ ਮਾਫੀ ਮੰਗ ਕੇ ਪਤਾ ਕੀ ਆਖਿਆ, ਕਹਿੰਦੇ ਰਾਏ ਸਾਹਿਬ ਮੈਂ ਜਾਣਬੁੱਝ ਕੇ ਨਹੀਂ ਕਹਿੰਦਾ, ਮੈਨੂੰ ਭੁੱਲ ਜਾਂਦਾ, ਮੈਨੂੰ ਪਤਾ ਹੀ ਨਹੀਂ ਲੱਗਦਾ, ਮੈਂ ਬੜੀ ਵਾਰ ਸੋਚਿਆ ਵੀ ਤੁਹਾਡਾ ਦਿਲ ਨਹੀਂ ਦਿਖਾਉਣਾ, ਕੀ ਕਰਾਂ, ਰਹਿਆ ਵੀ ਨਹੀਂ ਜਾਂਦਾ, ਖੁਦਾ ਦਾ ਨਾਮ। ਰਾਏ ਬੁਲਾਰ ਸਾਹਿਬ ਹੱਸ ਪਏ, ਕਹਿੰਦੇ ਜੋ ਮਰਜ਼ੀ ਕਰ ਮੈਨੂੰ ਗੁੱਸਾ ਨਹੀਂ, ਪਰ ਇਹ ਸ਼ਬਦ ਨਹੀਂ ਕਹਿਣੇ, ਮੈਨੂੰ ਲੱਖ ਵਾਰ ਸੇਵਕ ਬਣਾ ਦੇ, ਕਰੋੜਾਂ ਵਾਰ ਬਣਾ ਦੇ, ਮੈਂ ਬਣਨ ਨੂੰ ਤਿਆਰ ਹਾਂ, ਪਰ ਉਹ ਰੱਬ ਨੇ, ਪਰਮਾਤਮਾ ਨੇ, ਹੋ ਸਕਦਾ ਤੈਨੂੰ ਆਪਣੇ ਪੁੱਤ ਦੀ ਪਛਾਣ ਨਾ ਹੋਵੇ, ਕਲਿਆਣ ਚੰਦ ਤੈਨੂੰ ਸਮਝ ਨਾ ਹੋਵੇ। ਸਤਿਗੁਰਾਂ ਦੇ ਪਿਤਾ ਨੇ ਗੱਲ ਟਾਲ ਦਿੱਤੀ ਖੁਸ਼ੀ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਮੇਰੇ ਜਿਹੜੇ ਸ਼ਬਦ ਸੀ ਉਹਨਾਂ ਦਾ ਕਿੰਨਾ ਵੱਡਾ ਪ੍ਰਭਾਵ ਸੀ, ਬੋਲਣੇ ਚਾਹੀਦੇ ਨਹੀਂ। ਸੋਰਠਾ ਹੋ ਬਖਸ਼ਨ ਕੋ ਕੌਣ
ਬਖਸ਼ਣ ਉਚਿਤ ਸੋ ਬਖਸ਼ਈ। ਜਿਸ ਵੇਲੇ ਸਤਿਗੁਰਾਂ ਦੇ ਪਿਤਾ ਨੇ ਮਾਫੀ ਮੰਗੀ, ਰਾਏ ਬੁਲਾਰ ਸਾਹਿਬ ਉੱਠ ਕੇ ਆਏ, ਹੱਥ ਫੜ ਕੇ ਕਹਿੰਦੇ ਮੈਥੋਂ ਮਾਫੀ ਨਾ ਮੰਗ, ਮੈਨੂੰ ਸ਼ਰਮਿੰਦਾ ਨਾ ਕਰ। ਰੱਬ ਦਾ ਪਿਤਾ, ਪਰਮੇਸ਼ਰ ਦਾ ਪਿਤਾ ਮੈਥੋਂ ਮਾਫੀ ਮੰਗੇ, ਮੇਰੀ ਕੀ ਔਕਾਤ ਹੈ। ਕਹਿੰਦੇ ਜੇ ਸੱਚੀ ਬਖਸ਼ਾਉਣਾ ਚਾਹੁੰਦਾ ਹੈ, ਭਾਵਨਾ ਦੇ ਸ਼ਬਦ ਨੇ, ਮਾਫੀ ਮੰਗ ਗੁਰੂ ਨਾਨਕ ਸਾਹਿਬ ਤੋਂ, ਆਖੋ ਸਤਿਨਾਮ। ਉਹ ਬਖਸ਼ਿੰਦ ਨੇ, ਉਹ ਬਖਸ਼ਣਹਾਰੇ ਨੇ। ਸੁਤ ਨਾਨਕ ਤੁਝ ਭੋਨ ਬਿਨ ਬਖਸ਼ਣ ਬਖਸ਼ੇ ਸਦਾ। ਤੇਰੇ ਘਰ ਜਿਹੜਾ ਪੁੱਤਰ ਹੋਇਆ ਨਾ, ਉਹ ਦੁਨੀਆ ਨੂੰ ਬਖਸ਼ਣ ਵਾਲਾ ਏ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਉਹ ਕੱਲਾ ਬਖਸ਼ਦਾ ਨਹੀਂ, ਔਗਣ ਵੇਖ ਕੱਲੇ ਮਾਫ ਨਹੀਂ ਕਰਦਾ, ਭਵ ਸਾਗਰ ਤੋਂ ਤਾਰ ਦਿੰਦਾ ਏ। ਸਵਈਆ ਜਾਹੋ ਅਬੈ ਹਮਰੀ ਦਿਸ਼ ਤੋ ਕ੍ਰਿਤ ਬੰਦਗੀ ਨਾਨਕ ਚੰਦ ਅਗਾਰੀ। ਰਾਏ ਬੁਲਾਰ ਸਾਹਿਬ ਦਾ ਅਗਲਾ ਬਚਨ ਸੀ, ਕਹਿੰਦੇ ਜਾਣ ਸਾਰ ਮੇਰੇ ਵੱਲੋਂ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਦੇ ਹੋ, ਮੱਥਾ ਟੇਕਦੇ ਹੋ। ਤੇ ਦੂਜੀ ਗੱਲ, ਮੇਰੇ ਲਾਇਕ ਜੋ ਵੀ ਸੇਵਾ ਹੈ, ਮੈਂ ਤੇ ਦਾਸ ਹਾਂ, ਸੇਵਕ ਹਾਂ, ਹੁਕਮ ਲਾਓ। ਕਿਉਂਕਿ ਮੇਰੀ ਅਵਸਥਾ ਬਜ਼ੁਰਗ ਹੈ, ਬੇਸ਼ੱਕ ਸਰੀਰ ਕਰਕੇ ਮੇਰੇ ਤੋਂ ਜਾਇਆ ਨਹੀਂ ਜਾਣਾ, ਪਰ ਮੇਰੀ ਸੁਰਤ ਹਰ ਵੇਲੇ ਸੱਜਣ ਦੇ ਨਾਲ ਰਹਿੰਦੀ ਹੈ। ਹਾਸਲ ਹੋਏ ਮੁਰਾਦ ਤੁਮਾਰ ਖੁਦਾਈ ਕਰੇ ਸਭ ਕਾਰ ਸਵਾਰੀ। ਬੜੇ ਪਿਆਰ ਵਿੱਚ ਦੋਨੇ ਹੱਥ ਜੋੜ ਕੇ ਰਾਏ ਬੁਲਾਰ ਸਾਹਿਬ ਕਹਿੰਦੇ, ਮੈਂ ਇਹ ਤੇ ਕਹਿ ਸਕਦਾ ਵੀ ਫਲਾਣਿਆ ਤੇਰਾ ਕਾਰਜ ਖੁਦਾ ਨਾਸ ਕਰੇ। ਕਹਿੰਦੇ ਨਹੀਂ ਆਪਾਂ ਵੀ ਰੱਬ ਤੇਰਾ ਭਲਾ ਕਰੇ, ਪਰਮਾਤਮਾ ਤੇਰਾ ਕਾਰਜ ਨਾਸ ਕਰੇ। ਕਹਿੰਦੇ ਮੈਂ ਰੱਬ ਨੂੰ ਕਿੱਦਾਂ ਕਹਾਂ ਵੀ ਰੱਬਾ ਕੋਈ ਹੋਰ ਰੱਬ ਤੇਰਾ ਕਾਰਜ ਫਤਿਹ ਕਰੇ, ਆਖੋ ਸਤਿਨਾਮ। ਖਾਨ ਸਾਹਿਬ ਕਹਿੰਦੇ ਸ਼ਬਦ ਨਹੀਂ ਮੇਰੇ ਕੋਲੇ, ਮੈਂ ਕੀ ਆਖਾਂ ਉਸ ਸੱਜਣ ਵਾਹਿਗੁਰੂ ਪਰਮਾਤਮਾ ਨੂੰ ਜੋ ਦੁਨੀਆ ਦੇ ਕਾਰਜ ਸਵਾਰਦਾ ਏ। ਇਹ ਖੁਸ਼ੀਆਂ ਦੀ ਖਬਰ ਪਹਿਲਾਂ ਮੈਨੂੰ ਸੁਣਾਇਓ ਆਗੇ, ਮੈਂ ਸੁਣਨਾ ਚਾਹੁੰਦਾ। ਉਹ ਕੈਸਾ ਸਮਾਂ ਹੋਏਗਾ, ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਘੋੜੀ ਚੜ੍ਹਨਗੇ, ਬਰਾਤ ਵਿੱਚ ਜਾਣਗੇ, ਵਿਆਹ ਕਰਕੇ ਉਹ ਤੋਂ ਬਾਅਦ ਵਾਪਸ ਆਉਣਗੇ। ਰਾਏ ਬੁਲਾਰ ਸਾਹਿਬ ਕਹਿੰਦੇ ਮੈਂ ਉਹਨਾਂ ਦੇ ਸਰੂਪ ਵਿੱਚ ਵੇਖਣਾ ਚਾਹੁੰਦਾ, ਜਿਨ੍ਹਾਂ ਨੂੰ ਮੈਂ ਫਕੀਰਾਂ ਦੇ ਰੂਪ ਵਿੱਚ ਵੇਖਿਆ, ਸਾਧੂਆਂ ਦੇ ਰੂਪ ਵਿੱਚ ਵੇਖਿਆ, ਰੱਬ ਦੇ ਪਿਆਰਿਆਂ ਦੇ ਰੂਪ ਵਿੱਚ ਵੇਖਿਆ। ਇੱਕ ਸੰਸਾਰੀ ਤੌਰ ਤੇ ਉਹਨਾਂ ਨੂੰ ਮੈਂ ਇਸ ਜੋੜੀ ਦੇ ਰੂਪ ਵਿੱਚ ਵੇਖਣਾ ਚਾਹੁੰਦਾ, ਪਤੀ ਪਤਨੀ ਇਕੱਠੇ ਹੋਣ। ਕਹਿੰਦੇ ਭਾਵੁਕ ਹੋ ਗਏ, ਇਹ ਖੁਸ਼ੀਆਂ ਦੇ ਅਥਰੂ ਸੀ। ਕਿੰਨਾ ਪ੍ਰੇਮ ਕਰਦੇ ਸੀ ਰਾਏ ਬੁਲਾਰ ਸਾਹਿਬ ਗੁਰੂ ਨਾਨਕ ਸਾਹਿਬ। ਜਦੋਂ ਇਹ ਬਚਨ ਗੁਰੂ ਅੰਗਦ ਦੇ ਬਾਰੇ ਸੁਣਦੇ ਆ ਨਾ, ਅੱਖਾਂ ਬਾਹਰ ਆਉਂਦੇ ਆ। ਕਿਉਂ? ਕਿਉਂਕਿ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਭਾਈ ਲਹਿਣੇ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਨਾਲ ਬੜਾ ਲੰਮਾ ਸਮਾਂ ਬਤੀਤ ਕੀਤਾ ਸੇਵਾ ਦੇ ਵਿੱਚ। ਤੇ ਜਿਸ ਸੱਜਣ ਦਾ ਇੰਨਾ ਸਾਥ ਮਿਲਿਆ ਹੋਵੇ, ਜੇ ਸੱਜਣ ਨੇ ਆਪਣੀ ਜਿੰਦ ਜਾਨ ਬਖਸ਼ਦੀ ਹੋਵੇ, ਤੇ ਜਦੋਂ ਉਹਦੇ ਬਚਨ ਚੱਲਦੇ ਫਿਰ ਜਾਨ ਨਿਕਲਣ ਵਾਲੀ ਹੋ ਜਾਂਦੀ ਹੈ, ਪ੍ਰਾਣ ਅਥਰੂ ਅੱਖਾਂ ਚ ਆ ਜਾਂਦੇ ਆ। ਗੁਰੂ ਅੰਗਦ ਦੇਵ ਮਹਾਰਾਜ ਐਸੇ ਸਨ, ਕਹਿੰਦੇ ਜਦੋਂ ਤੱਕ ਭਾਈ ਬਾਲਾ ਦੀ ਕਥਾ ਸੁਣਾਉਂਦੇ ਸੀ, ਕੈਸੀ ਵੀ ਹੋਵੇ, ਕਹਿੰਦੇ ਅੱਖਾਂ ਚ ਉੱਤੇ ਪੱਤੇ ਅਥਰੂ ਰਹਿੰਦੇ ਸੀ। ਇਮੇਜਿਨ ਕਰਦੇ ਆ, ਉਹ ਸਮਾਂ ਸਾਹਮਣੇ ਆ ਜਾਂਦਾ ਹੈ, ਪਿਆਰ ਵਿੱਚ ਭਿੱਜੇ ਰਹਿੰਦੇ ਨੇ। ਸਤਿਗੁਰਾਂ ਨੂੰ ਵੇਖ ਸੰਗਤਾਂ ਵੈਰਾਗੀ ਹੁੰਦੀਆਂ ਨੇ। ਸ਼ੂਮਤਾ ਖੋਏ ਉਧਾਰਤਾ ਧਾਰ ਕਰੋ ਵਿਆਹੇ ਸੋ ਕੀਰਤਕਾਰੀ। ਜਦੋਂ ਸਤਿਗੁਰਾਂ ਦੇ ਪਿਤਾ ਜੀ ਨੇ ਜਾਣ ਦੀ ਆਗਿਆ ਲਈ ਰਾਏ ਬੁਲਾਰ ਸਾਹਿਬ ਹੁਣ ਹੱਸ ਪਏ। ਕਹਿੰਦੇ ਗੱਲ ਯਾਦ ਰੱਖੀ, ਪੁੱਤ ਦੇ ਵਿਆਹ ਦੇ ਵਿੱਚ ਕੰਜੂਸ ਬਣੇ ਨਾ ਕਰੀ, ਆਖੋ ਸਤਿਨਾਮ। ਵੇਖੀ ਕਿਤੇ ਪੈਸੇ ਬਚਾਈ ਜਾਏ, ਜੇ ਇੰਨੇ ਸੁੱਟ ਤੇ ਘਾਟਾ ਪੈ ਜੂ, ਵਾਧਾ ਹੋ ਆ ਨਹੀਂ ਕਰਨਾ। ਉਦਾਰਤਾ ਮਤਲਬ ਵੱਡਪਣ। ਕਹਿੰਦੇ ਆ ਵਿਆਹ ਕੋਈ ਦੁਨਿਆਵੀ ਵਿਆਹ ਨਹੀਂ, ਇਹ ਅਨੋਖਾ ਵਿਆਹ ਇਸ ਸ੍ਰਿਸ਼ਟੀ ਦਾ, ਜੋ ਰੱਬ ਨੇ ਮਨੁੱਖਾ ਸਰੀਰ ਵਿੱਚ ਆ ਕੇ ਮਨੁੱਖਾ ਕ੍ਰਿਤ ਕੀਤੀ ਹੈ। ਕਲਿਆਣ ਚੰਦ ਮਾਇਆ ਨਾ ਗਿਣੀ, ਸਾਰੀ ਜ਼ਿੰਦਗੀ ਤੂੰ ਬਹੁਤ ਗਿਣ ਲਈ ਹੈ। ਮੋਹੇ ਨਕੀਟ ਤੇ ਚਾਹੇ ਸੋ ਲੇਵੋ ਹੈ ਸਿਵਕਾ ਰਾਤਿਓ ਤਨ ਭਾਰੀ। ਤੇ ਅਗਲਾ ਫਿਰ ਬਚਨ ਬੜੇ ਪਿਆਰ ਦੇ ਨਾਲ ਕੋਲਾ ਜਾ ਕਹਿਤਾ ਉਹਨਾਂ ਨੇ, ਕਹਿੰਦੇ ਜੇ ਤੈਨੂੰ ਲੱਗਦਾ ਘਾਟਾ ਵਾਧਾ ਜਾਂ ਤੇ ਮੇਰੇ ਖਜ਼ਾਨੇ ਚੋਂ ਲੈ ਜਾ, ਗਿਣੀ ਨਾ, ਮੈਨੂੰ ਪਤਾ ਤੂੰ ਗਿਣਤੀ ਮਾਰੇਗਾ ਬਾਅਦ ਚੋਂ। ਵਿਆਹ ਦੇ ਵਿੱਚ ਇੰਨਾ ਖਰਚਾ ਹੋ ਗਿਆ, ਫਿਰ ਕਰਦੀ ਆ ਦੁਨੀਆ। ਅੱਜ ਵੀ ਵੱਡੇ ਵੱਡੇ ਲੋਕ ਜਾ ਕੇ ਵੇਖਿਓ, ਅਸੀਂ 15 ਕਰੋੜ ਲਾਤਾ ਵਿਆਹ ਤੇ, ਅਸੀਂ 5 ਲਾਤਾ ਜੀ, ਅਸੀਂ 30 ਲੱਖ ਲਾਤਾ ਜੀ। ਉਦੋਂ ਤੇ ਫਿਰ ਇਹਨੂੰ ਕਹਿੰਦੇ ਝੁੱਗਾ ਚੌੜ,
ਚਾਂਬਲੇ ਖਰਚੇ ਕਰੀ ਗਏ। 4-5 ਘੰਟਿਆਂ ਤੋਂ ਬਾਅਦ ਫਿਰ ਮੂੰਹ ਤੋਰੀ ਵਾਂਗੂ ਲਟਕ ਗਏ ਯਾਰ 4 ਘੰਟਿਆਂ ਦੇ ਲੋਕੀ 30 ਲੱਖ ਦਾ ਖਰਚਾ ਕਰ ਗਏ। ਫਿਰ ਪੈਲਸ ਵਾਲੇ ਨੂੰ ਕਹਿੰਦੇ ਯਾਰ ਭਾਜੀ ਘੱਟ ਕਰ ਲਾ ਥੋੜਾ ਜਿਹਾ। ਉਹ ਕਹਿੰਦਾ ਨਹੀਂ ਪੂਰਾ ਹੀ ਸੀ। ਫਿਰ ਘਰੇ ਆ ਕੇ ਬਹਿ ਕੇ ਗਿਣਦੇ ਆ ਕਿਹੜੀ ਐਫਡੀ ਕਿੰਨੀ ਟੁੱਟ ਗਈ, ਘਰ ਵਾਲੀ ਦੇ ਅਕਾਊਂਟ ਚੋਂ ਕਿੰਨੇ ਚਲੇ ਗਏ, ਫਲਾਣੇ ਦੇ ਅਕਾਊਂਟ ਚੋਂ ਕਿੰਨੇ ਚਲੇ ਗਏ, ਵੀ ਜੇ ਆਹੀ ਕੁੱਤ ਕਰਨਾ ਸੀ ਏਦਾਂ ਹੀ ਗਿਣਨਾ ਸੀ। ਫਿਰ ਫੁਕਰੀਆਂ ਲਾਦੀਆਂ ਮਾਰਨੀਆਂ ਸੀ। ਬੜਪਣ ਉਹ ਹੁੰਦਾ ਹੈ ਜੇ ਖਰਚਾ ਕੀਤਾ ਹੋ ਗਿਆ ਫਿਰ ਗਿਣਤੀ ਕਾਹਦੀ। ਜੇ ਗਿਣਤੀਆਂ ਕਰ ਲੀਆਂ ਜ਼ਿੰਦਗੀ ਜਿਉਣ ਦਾ ਸਵਾਦ ਨਹੀਂ। ਸਿਆਣੇ ਬੰਦੇ ਤੇ ਕਦੇ ਪਰਸ 'ਚ ਪਾਈ ਪੈਸੇ ਨਹੀਂ ਗਿਣਦੇ। ਕਹਿੰਦੇ ਜੇ ਗਿਣ ਕੇ ਪਾਵਾਂਗੇ ਦਿਲ ਇੱਥੇ ਗਿਣਤੀ ਰਹਿਣੀ, ਪਰਸ ਦਾ ਤੇ ਫਾਇਦਾ ਕੋਈ ਨਹੀਂ ਵੀ ਇੱਥੇ 100 ਲੱਗ ਗਿਆ, 500 ਲੱਗ ਗਿਆ, 1000 ਲੱਗ ਗਿਆ, ਗਿਣਤੀ ਇੱਥੇ ਜਾਂਦਾ, ਦਿਲ ਘਟੀ ਜਾਂਦਾ। ਜਿਹੜੇ ਗਿਣ ਕੇ ਨਹੀਂ ਨਾ ਪਾਉਂਦੇ ਉਹਨਾਂ ਨੂੰ ਪਤਾ ਹੈ ਲਾਗੇ ਕੀ ਪਤਾ ਕਿੰਨੇ ਲੱਗੇ, ਕਿੰਨੇ ਬਚ ਗਏ। ਖੁਸ਼ੀ ਹੈ ਮਾਇਆ ਮਾੜੀ ਨਹੀਂ, ਮਾਇਆ ਦੀ ਗਿਣਤੀ ਮਾੜੀ। ਆਖੋ ਸਤਿਨਾਮ। ਮਾਇਆ ਤੇ ਗੁਜਰਾਨ ਹੈ। ਗੁਰੂ ਪਾਤਸ਼ਾਹ ਕਹਿੰਦੇ ਵਰਤੋ ਭਾਈ, ਵਰਤਣੀ ਚਾਹੀਦੀ ਹੈ ਪਰ ਗਿਣਤੀ ਕਰੋਗੇ ਦੁਖੀ। ਉਹਨਾਂ ਸਪਸ਼ਟ ਕਹਿੰਦਾ ਕਿ ਤੇ ਵਿਆਹ ਤੋਂ ਆ ਕੇ ਤੇ ਹਿਸਾਬ ਕਿਤਾਬ ਲਈ ਜਾਏ ਵੀ ਪੁੱਤ ਮੇਰੇ ਨੇ ਤੇ ਕਮਾਇਆ ਕੁਛ ਨਹੀਂ, ਮੈਂ ਇੰਨੇ ਲਾਇਆ ਆ। ਸੁਣੇ ਉਹਨੂੰ ਸੀ ਲੋਕਾਂ ਕੋਲ ਬਹਿ ਕੇ, ਇਹ ਕਿਸੇ ਦੇ ਹੋ ਸਕਦੇ ਆ? ਜਿਹੜਾ ਆਪਣੇ ਪੁੱਤ ਤੇ ਧੀ ਦੇ ਵਿਆਹ ਤੇ ਕੀਤਾ ਖਰਚਾ ਗਣਾਉਂਦਾ ਫਿਰਦਾ ਵੀ ਮੈਂ 5 ਲੱਖ ਲਾਤਾ, 10 ਲੱਖ ਲਾਤਾ, ਸੱਚੀ ਉਹ ਕਦੇ ਪਿਆਰ ਹੀ ਨਹੀਂ ਸੀ ਕਰਦਾ। ਆਖੋ ਸਤਿਨਾਮ। ਉਹ ਤੇ ਲੋਕ ਦਿਖਾਵਾ ਕਰਦਾ ਸੀ। ਹੁਣ ਗਿਣਤੀਆਂ ਮਾਰਦਾ ਫਿਰਦਾ ਵੀ ਕਿੰਨਾ ਲੱਗ ਗਿਆ, ਕਿੰਨਾ ਸ਼ਗਨ ਇਕੱਠਾ ਹੋ ਗਿਆ, ਪੂਰਾ ਵੀ ਨਹੀਂ ਗਿਆ। ਇੱਥੇ ਖੜੀ ਦੁਨੀਆ ਜਿੱਥੇ ਪ੍ਰੇਮ ਹੁੰਦਾ ਨਾ ਉੱਥੇ ਗਿਣਤੀਆਂ ਨਹੀਂ ਹੁੰਦੀਆਂ, ਪੈਸੇ ਨਹੀਂ ਗਿਣੇ ਜਾਂਦੇ। ਜਿੱਥੇ ਪੈਸਿਆਂ ਦੀ ਗਿਣਤੀ ਆ ਗਈ ਉੱਥੇ ਪ੍ਰੇਮ ਕੋਈ ਨਹੀਂ। ਸਤਿਗੁਰਾਂ ਦੇ ਪਿਤਾ ਨੂੰ ਸਪਸ਼ਟ ਕਹਿ ਦਿੱਤਾ ਉਹਨਾਂ ਨੇ, ਕਹਿੰਦੇ ਗਿਣਤੀਆਂ ਨਹੀਂ ਕਰਨੀਆਂ, ਤੈਨੂੰ ਚਾਹੀਦੀਆਂ ਸੋਨੇ ਦੀਆਂ ਪਾਲਕੀਆਂ ਮੇਰੇ ਕੋਲ ਲੈ ਜਾ, ਰੱਥ ਚਾਹੀਦੇ ਰੱਥ ਲੈ ਜਾ, ਸੋਨਾ ਚਾਹੀਦਾ ਸੋਨਾ ਲੈ ਜਾ, ਮਾਇਆ ਚਾਹੀਦੀ ਮਾਇਆ ਲੈ ਜਾ। ਪਰ ਇਹ ਨਾ ਹੋਵੇ ਵਿਆਹ ਤੋਂ ਬਾਅਦ ਆ ਕੇ ਤੂੰ ਫੇਰ ਇੱਥੇ ਲਾਂਭਾ ਦੇਣਾ ਹੈ ਰਾਏ ਬੁਲਾਰ ਸਾਹਿਬ ਮੈਂ ਆਪਣੇ ਪੁੱਤ ਦੇ ਵਿਆਹ ਤੇ ਇੰਨਾ ਖਰਚਾ ਕਰਤਾ, ਹੁਣ ਉਹ ਕਮਾਉਂਦਾ ਨਹੀਂ ਪੈਸੇ। ਕਹਿੰਦੇ ਯਾਰ ਮੈਂ ਸੁਣਨਾ, ਦਿਲ ਖੋਲ ਕੇ ਲਾ, ਦਿਲ ਖੋਲ ਕੇ ਲਾਈ ਤਾਂ ਜੇ ਗਿਣਤੀ ਨਹੀਂ ਕਰੇਗਾ। ਜੇ ਗਿਣਤੀਆਂ ਕਰਨੀਆਂ ਫਿਰ ਬੇਸ਼ੱਕ ਮਾਇਆ ਮੇਰੇ ਤੋਂ ਲੈ ਜੋ। ਲੀਨੇ ਤਰੰਗਮ ਭੂਖਨ ਸੰਜਤ ਸੁੰਦਰ ਜੀਨ ਜਿਨੇ ਸ਼ਬ ਛਾਈ। ਅਗਲੇ ਬਚਨ ਰਾਏ ਬੁਲਾਰ ਸਾਹਿਬ ਨੇ ਆਖੇ, ਕਹਿੰਦੇ ਕੀਮਤੀ ਘੋੜੇ ਉਹਨਾਂ ਸਮਿਆਂ ਦੇ 1.25 ਲੱਖ ਦੇ ਘੋੜੇ ਕੀਮਤੀ ਉਦੋਂ ਦੇ ਜੋ ਰਾਜੇ ਵਰਤਦੇ ਸੀ। ਕਹਿੰਦੇ ਤਬੇਲੇ ਚ ਜਿੰਨੇ ਮਰਜ਼ੀ ਲੈ ਲਓ ਪਰ ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਅਨੋਖੀ ਹੋਣੀ ਚਾਹੀਦੀ ਹੈ। ਸਪਸ਼ਟ ਕਹਿਤਾ ਉਹਨਾਂ ਨੇ। ਪ੍ਰੇਮ ਕੀ ਨੂੰ ਕਹਿੰਦੇ ਆ, ਆਪ ਕੁਝ ਪਹਿਨੋ ਨਾ ਪਹਿਨੋ ਪਰ ਆਪਣੇ ਸੱਜਣ ਦੇ ਸੋਹਣਾ ਪਾਇਆ ਹੋਵੇ। ਆਪ ਭਾਵੇਂ ਭੁੱਖੇ ਰਹਿ ਜਾਓ ਪਰ ਆਪਣਾ ਪ੍ਰੇਮ ਵਾਲਾ ਪ੍ਰੇਮੀ ਭੁੱਖਾ ਨਾ ਹੋਵੇ। ਆਪ ਬਿਨਾਂ ਛੱਤ ਤੋਂ ਸੌਂ ਜਿਓ ਪਰ ਉਹ ਛੱਤ ਤੋਂ ਬਿਨਾਂ ਨਾ ਹੋਵੇ। ਇਹ ਪ੍ਰੇਮ ਸੀ ਰਾਏ ਬੁਲਾਰ ਸਾਹਿਬ ਦਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੇ ਮੇਰੀ ਮਾਇਆ ਉਹਨਾਂ ਦੇ ਕੰਮ ਹੀ ਨਾ ਆਈ ਤੇ ਮੇਰਾ ਕੀ ਫਾਇਦਾ ਹੈ। ਉਹਨਾਂ ਨੇ ਜਦੋਂ ਸਤਿਗੁਰਾਂ ਦੇ ਪਿਤਾ ਨੂੰ ਕਿਹਾ, ਪਿਤਾ ਜੀ ਨੇ ਦਿੱਤਾ ਜਵਾਬ, ਕਹਿੰਦੇ ਨਹੀਂ ਜੀ ਸਭ ਤੁਹਾਡੀ ਕਿਰਪਾ। ਉਹ ਕਹਿੰਦੇ ਨਹੀਂ, ਆਪਣੇ ਖਜ਼ਾਨਚੀ ਕੋਲੇ ਬੁਲਾਏ, ਇੰਨੀ ਮਾਇਆ ਕੱਢੋ, ਪਾਲਕੀਆਂ ਭਰ ਦਿਓ ਮਾਇਆ ਦੇ ਨਾਲ, ਸੋਨੇ ਦੀਆਂ ਪਾਲਕੀਆਂ, ਇੰਨੇ ਕੀਮਤੀ ਘੋੜੇ ਸੋਹਣੀਆਂ ਕਾਠੀਆਂ ਪਾ ਕੇ ਇੱਥੇ ਪੇਸ਼ ਕਰੋ। ਚੰਦਨ ਹੋ ਸਕਟੇ ਸ਼ੁਭ ਸਾਜ ਕੇ ਤੰਬੂ ਕਨਾਤ ਲਈ ਸਮਦਾਈ। ਤੇ ਰਾਏ ਬੁਲਾਰ ਸਾਹਿਬ ਦਾ ਪ੍ਰੇਮ ਵੇਖੋ ਜੀ। ਵਿਆਹ ਗੁਰੂ ਨਾਨਕ ਸਾਹਿਬ ਜੀ ਦਾ, ਉਹਨਾਂ ਨੇ ਆਪਣੇ ਵੱਲੋਂ ਕੀਮਤੀ ਗੱਡੇ, ਉਹਨਾਂ ਸਮਿਆਂ ਦੇ ਗੱਡੇ ਅੱਜ ਦੀਆਂ ਔਡੀਆਂ ਫਰਾਰੀਆਂ। ਉਦੋਂ ਤੇ ਕਿਸੇ ਕਰੋੜਪਤੀ ਬੰਦੇ ਕੋਲ ਗੱਡਾ ਹੁੰਦਾ ਸੀ। ਜਿਹੜੇ ਅਮੀਰ ਲੋਕ ਸੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਗੱਡੇ ਇਹੀ ਗੱਡੀਆਂ ਸੀ, ਜਾਂ ਘੋੜੇ ਰੱਖਣੇ ਇਹੀ ਫਰਾਰੀਆਂ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਵਾਸਤੇ ਉਹਨਾਂ ਨੇ ਇੱਕ ਬਹੁਤ ਵੱਡਾ ਅਲੀਸ਼ਾਨ ਤੰਬੂ ਦਿੱਤਾ। ਤੰਬੂ ਸਮਝਦੇ ਹੋ? ਬਹੁਤ ਵੱਡਾ ਟੈਂਟ ਜੋ ਰਾਜੇ ਮਹਾਰਾਜੇ ਲਾਉਂਦੇ ਸੀ। ਆਹ ਵਿਆਹਾਂ ਵਾਲੇ ਟੈਂਟ ਨਹੀਂ ਜਿਹੜੇ ਅੱਜ ਕੱਲ੍ਹ ਲੱਗਦੇ ਆ। ਜਿਵੇਂ ਔਰੰਗਜ਼ੇਬ ਨੇ ਟੈਂਟ ਬਣਾਇਆ ਸੀ ਤੰਬੂ, ਆਪ ਜੀ ਨੇ ਸੁਣਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 1.25 ਲੱਖ ਦਾ ਤੰਬੂ ਬਣਾਇਆ ਹੋਇਆ ਸੀ ਇਹਨਾਂ ਸਮਿਆਂ 'ਚ। ਉਹ 'ਚ ਹਰ ਤਰ੍ਹਾਂ ਦੀ ਲਗਜ਼ਰੀ ਸਹੂਲਤ ਹੁੰਦੀ ਸੀ ਉਸ ਸਮੇਂ ਦੇ ਮੁਤਾਬਕ। ਕਹਿੰਦੇ ਉਹ ਵੱਡਾ ਤੰਬੂ ਸ਼ਮਿਆਨਾ ਤਨਾਦ ਰਾਏ ਬੁਲਾਰ ਸਾਹਿਬ ਨੇ ਦਿੱਤੀ, ਕਿਉਂਕਿ ਇਹ ਬਰਾਤਾਂ ਹੀ ਥੋੜਾ ਵੀ ਸਾਡੇ ਵਾਂਗੂ 10 ਵਜੇ ਨਿਕਲੇ, 1:30 ਵਜੇ ਸਾਰਾ ਕੁਝ ਵਿਹਲੇ ਹੋ ਕੇ ਤੇ 2:30 ਵਜੇ ਘਰੇ। ਅੱਗੇ ਦੀਆਂ ਬਰਾਤਾਂ ਕਈ ਦਿਨ ਦੀਆਂ ਹੁੰਦੀਆਂ ਸੀ, ਰਾਹਾਂ ਵਿੱਚ ਰੁਕਣਾ ਪੈਂਦਾ ਸੀ। ਕਹਿੰਦੇ ਉਹਨਾਂ ਰੱਥਾਂ ਗੱਡਿਆਂ ਤੇ ਤੰਬੂਆਂ ਦਾ ਸਮਾਨ ਲਾ ਦਿੱਤਾ। ਆਪਣੇ ਵੱਲੋਂ ਮਾਇਆ, ਪਦਾਰਥ, ਵਸਤੂਆਂ, ਕੱਪੜੇ ਰਾਏ ਬੁਲਾਰ ਸਾਹਿਬ ਨੇ ਤੋਹਫੇ ਵਜੋਂ, ਨਜ਼ਰਾਨੇ ਵਜੋਂ ਸਤਿਗੁਰਾਂ ਦੇ ਪਿਤਾ ਨੂੰ ਬਖਸ਼ੇ ਨੇ। ਕਾਲੂ ਨਾ ਲੇਵਤ ਹੈ ਧਨ ਹਾਥ ਮੈਂ ਭੂਖ
ਭੂਪਤ ਦੇਤ ਭਇਓ ਬਰਿਆਈ। ਜਦੋਂ ਮਾਇਆ ਦੀਆਂ ਬੰਨ ਕੇ ਪੰਡਾਂ ਸਤਿਗੁਰਾਂ ਦੇ ਪਿਤਾ ਦੇ ਸਾਹਮਣੇ ਰਾਏ ਬੁਲਾਰ ਜੀ ਨੇ ਸੁੱਟਤੀਆਂ, ਇਹਨੂੰ ਕਹਿੰਦੇ ਸੱਜਣ ਤੋਂ ਆਪਾ ਵਾਰਨਾ। ਮਾਇਆ ਹੋਇਆ ਚੀਜ਼ ਕੀ ਹੈ? ਸਤਿਗੁਰਾਂ ਦੇ ਪਿਤਾ ਜੀ ਨੇ ਸ਼ਰਮਿੰਦਗੀ ਜੀ ਮਹਿਸੂਸ ਕੀਤੀ ਅੰਦਰੋਂ ਵੀ ਮੈਂ ਤੇ ਆ ਕੇ ਇਹਨਾਂ ਨੂੰ ਇੰਨਾ ਕੁਛ ਬੋਲ ਦੇਣਾ, ਇਹ ਮੈਨੂੰ ਇੰਨਾ ਕੁਛ ਦੇ ਰਿਹਾ। ਹੱਥ ਜੋੜ ਕੇ ਕਹਿੰਦੇ ਨਵਾਬ ਸਾਹਿਬ ਉਹ ਵੀ ਤੇ ਸਭ ਤੁਹਾਡਾ ਹੀ ਹੈ ਦਿੱਤਾ, ਮੈਂ ਨਹੀਂ ਲੈ ਕੇ ਜਾਣਾ। ਪੂਰਾ ਜਵਾਬ, ਕਿਉਂਕਿ ਰਜੇ ਹੋਏ ਰੂਪ ਨੇ। ਪਰ ਰਾਏ ਬੁਲਾਰ ਸਾਹਿਬ ਕਹਿੰਦੇ ਨਹੀਂ, ਜੇ ਤੂੰ ਸੱਚੀ ਮੇਰਾ ਭਰਾ ਲੱਗਦਾ ਹੈ, ਮੇਰਾ ਵੀਰ ਲੱਗਦਾ ਹੈ, ਮੇਰਾ ਮਿੱਤਰ ਲੱਗਦਾ ਹੈ, ਤੇ ਤੈਨੂੰ ਸਭ ਕੁਝ ਲੈ ਕੇ ਜਾਣਾ ਪੈਣਾ। ਖੁਦਾ ਦਾ ਨਾਮ, ਮੈਂ ਤੇਰੇ ਕਰਕੇ ਨਹੀਂ ਦੇ ਰਿਹਾ, ਮੈਂ ਚਾਹੁੰਦਾ ਮੇਰੇ ਉਸ ਪਿਆਰੇ ਪ੍ਰੀਤਮ ਦੀ ਬਰਾਤ ਜਮਾਨੇ ਤੋਂ ਅਲੱਗ ਹੋਵੇ। ਬੰਧਨ ਕੋ ਕਰ ਹੋਏ ਵਿਦਾ, ਨਿਜ ਧਾਮ ਗਇਓ ਮਨ ਮੈਂ ਹਰ ਖਾਈ। ਬੜੀ ਸੋਹਣੀ ਪੁਸ਼ਾਕ ਬਣਾ ਕੇ ਸਤਿਗੁਰਾਂ ਵਾਸਤੇ ਰਾਏ ਬੁਲਾਰ ਸਾਹਿਬ ਨੇ ਇਹਨਾਂ ਦੇ ਪਿਤਾ ਨੂੰ ਦੇ ਦਿੱਤੀ ਵੀ ਜਾ ਕੇ ਭੇਟਾ ਕਰ ਦਿਓ। ਕੀਮਤੀ ਸਿਹਰਾ ਇਹਨਾਂ ਬਣਾਇਆ। ਕਿੰਨਾ ਪਿਆਰ ਹੋ ਗਿਆ ਜੀ। ਗੁਰੂ ਸਾਹਿਬ ਦੇ ਪਿਤਾ ਨੇ ਮਨਾ ਵੀ ਕੀਤਾ, ਪਰ ਪਿਆਰ ਅੱਗੇ ਹਾਰ ਗਏ। ਸਭ ਕੁਝ ਸਵੀਕਾਰਨਾ ਪਿਆ। ਖੁਸ਼ੀ ਖੁਸ਼ੀ ਮੱਥਾ ਟੇਕ ਆਗਿਆ ਲੈ ਕੇ ਆਪਣੇ ਘਰ ਨੂੰ ਆ ਗਏ। ਮਾਨਵ ਭੇਜ ਬੁਲਾਏ ਪਠੇ ਸਭ, ਹੈ ਪੁਰ ਮੇਰੇ ਬੇਦੀ ਜੋਗਿਆਤੀ। ਸਤਿਗੁਰਾਂ ਦੇ ਪਿਤਾ ਇੰਨੇ ਖੁਸ਼, ਕਹਿੰਦੇ ਰਾਏ ਬੁਲਾਰ ਸਾਹਿਬ ਨੇ ਤੇ ਇੰਨਾ ਪਿਆਰ ਕੀਤਾ, ਉਹ ਹੋਰ ਖੁਸ਼ ਹੋ ਗਏ। ਆਪਣੇ ਰਿਸ਼ਤੇਦਾਰਾਂ ਨੂੰ ਉੱਚੀ ਉੱਚੀ ਬੋਲਣਾ, ਓਏ ਬੇਦੀਓ ਬਾਹਰ ਨਿਕਲੋ, ਮੇਰੇ ਤੇ ਸਹੁਰੇ ਵੀ ਤੁਹਾਡੇ ਤੋਂ ਪਹਿਲਾਂ ਆ ਗਏ ਤੇ ਤੁਸੀਂ ਘਰੋਂ ਨਹੀਂ ਨਿਕਲਦੇ। ਅੱਗੇ ਬਜ਼ੁਰਗਾਂ ਦਾ ਹੁੰਦਾ ਸੀ ਵਿਆਹ ਦੇ ਵਿੱਚ ਇੱਕ ਅੱਧਾ ਕੋਈ ਏਦਾਂ ਫੁੱਫੜ ਫਾਫੜ ਤੁਰਿਆ ਫਿਰਦਾ ਹੁੰਦਾ, ਰੌਲਾ ਪਾਉਂਦਾ। ਫੁੱਫੜ ਕੌਣ ਹੁੰਦਾ? ਰਿਟਾਇਰ ਜੀਜਾ, ਜਿਹਨੂੰ ਹੁਣ ਬੁੱਕਤ ਨਹੀਂ ਹੁੰਦੀ, ਉਹ ਫਿਰ ਵਿਆਹ 'ਚ ਸਭ ਤੋਂ ਅੱਗੇ ਹੁੰਦਾ ਹੈ, ਓਏ ਆਹ ਕੰਮ ਕਰੋ, ਆਹ ਕਰੋ। ਪਰਿਵਾਰ ਵਾਲਿਆਂ ਨੂੰ ਵੀ ਪਤਾ ਹੁੰਦਾ ਵੀ ਜੇ ਨਾ ਕੀਤਾ ਤੇ ਫੁੱਫੜ ਰੁੱਸ ਜੂ। ਉਹ ਮੋਹਰੀ ਬਣਾਇਆ ਹੁੰਦਾ ਮੈਨੇਜਰ, ਕਹਿੰਦੇ ਜੀ ਇੱਥੇ ਸਾਰਿਆਂ ਨੇ ਰੌਲਾ ਪਾਇਆ, ਉਹ ਇੱਕ ਦੂਜੇ ਨੂੰ ਕੱਢਦੇ ਫਿਰਦੇ ਆ, ਤੇ ਸਤਿਗੁਰਾਂ ਦੇ ਪਿਤਾ ਸਾਰਿਆਂ ਨੂੰ ਅੱਗੇ ਆਪੋ ਤਾਪੀ ਕਹਿੰਦੇ ਬੇਦੀਓ ਬਦਨਾਮੀ ਨਾ ਕਰਾ ਦਿਓ, ਬਾਹਰ ਨਿਕਲੋ। ਲੋਕੀ ਦੂਰੋਂ ਦੂਰੋਂ ਆ ਗਏ ਤੇ ਤੁਸੀਂ ਤਿਆਰ ਨਹੀਂ ਹੋਏ। ਦੁਨੀਆ ਦਾ ਕਿਹੜਾ ਵਿਆਹ ਜੀ ਇਹ ਸਾਡੇ ਪੰਜਾਬ 'ਚ ਜਿੱਥੇ ਕੋਈ ਆ ਕੇ ਇਹ ਨਾ ਕਹਿੰਦਾ ਹੋਵੇ ਬੀਬੀਆਂ ਨੂੰ ਵੀ ਬਰਾਤ ਦਾ ਟਾਈਮ ਹੋ ਗਿਆ ਤੁਸੀਂ ਤਿਆਰ ਨਹੀਂ ਹੋ। ਇਹ ਹੁੰਦਾ ਹੈ। ਬਰਾਤ ਵਾਲੇ ਤਿਆਰ ਪਿਓਰ ਨਹੀਂ ਹੁੰਦੇ, ਭਾਵੇਂ 11 ਵਜੇ ਆਨੰਦ ਕਾਰਜ ਦਾ ਸਮਾਂ ਹੋ ਜੇ 12 ਵਜੇ ਤੱਕ ਤਿਆਰ ਹੁੰਦੇ, ਉਹਦੇ ਨਹੀਂ ਕਰੇ, ਨਿਕਲਦੇ ਨਹੀਂ ਲੋਕ। ਤੇ ਸਤਿਗੁਰਾਂ ਦੇ ਪਿਤਾ ਨੇ ਸਾਰਿਆਂ ਨੂੰ ਬੋਲਿਆ ਉੱਚੀ ਉੱਚੀ, ਕਹਿੰਦੇ ਆਉਂਦੇ ਨਹੀਂ। ਉਹ ਗਿਆ ਹੱਸ ਪੈਂਦੇ, ਕਹਿੰਦੇ ਤੈਨੂੰ ਜ਼ਿਆਦਾ ਗਾਲੀ ਹੈ, ਸਾਡਾ ਨਹੀਂ ਕੁਛ ਲੱਗਦਾ, ਜਾਣਾ ਤੇ ਇਕੱਠੀਆਂ ਹੀ ਹੈ। ਸਤਿਗੁਰਾਂ ਦੇ ਪਿਤਾ ਉਹਨਾਂ ਨੂੰ ਝਿੜਕ ਦਿੰਦੇ, ਉਹਨਾਂ ਨੂੰ ਝਿੜਕ ਦਿੰਦੇ। ਇਹ ਭਾਈਚਾਰਾ ਸੀ ਆਪਸ ਦੇ ਵਿੱਚ। ਉੱਚੀ ਉੱਚੀ ਰੌਲਾ ਪਾਇਆ ਹੋਇਆ, ਸਾਰੇ ਪਿੰਡ 'ਚ ਸ਼ੋਰ ਮਚਿਆ ਹੋਇਆ, ਸਾਰੇ ਖੁਸ਼ੀ ਮਨਾਉਂਦੇ ਨੇ। ਜੇ ਸਨਮਾਨ ਬਖਾਨ ਕੀਓ, ਮਨ ਜਾਨੋ ਬੰਸ ਹਮਾਰ ਹੈ ਖਿਆਤੀ। ਪਰ ਹੁਣ ਖੁਸ਼ੀ ਇਸ ਗੱਲ ਦੀ ਹੈ ਵੀ ਸਾਡੀ ਜਿਹੜੀ ਬੇਦੀਆਂ ਦੀ ਵੰਸ਼ ਹੈ ਇਹ ਅਲੱਗ ਹੈ, ਸ਼੍ਰੋਮਣ ਹੈ। ਇੱਕ ਤੇ ਵੇਦਾਂ ਕਰਕੇ ਸੀ, ਮਹਾਨ ਸੀ, ਤੇ ਦੂਜਾ ਰਾਏ ਬੁਲਾਰ ਸਾਹਿਬ ਨੇ ਏਡੀ ਵੱਡੀ ਸਪੋਰਟ ਕਰਤੀ। ਹੁਣ ਇਹਦੇ ਲੋਕਾਂ ਨੇ ਕਹਿਣਾ ਹੀ ਹੈ ਨਾ ਜੀ, ਪਟਵਾਰੀ ਦੇ ਪੁੱਤ ਦਾ ਵਿਆਹ ਸੀ ਠਾਠ ਬਾਠ ਨਾਲ ਹੋਇਆ। ਫਿਰ ਪਿੰਡਾਂ 'ਚ ਇਹੋ ਜਿਹੀਆਂ ਗੱਲਾਂ ਜ਼ਿਆਦਾ ਹੁੰਦੀਆਂ ਨੇ, ਫਲਾਣੇ ਨੇ ਜੀ ਧੂਆਂ ਕੱਢਤਾ ਵਿਆਹ ਦਾ, ਇੰਨਾ ਖਰਚਾ ਕਰਤਾ। ਪਰ ਪਤਾ ਕੀ ਹੁੰਦਾ ਲੋਕਾਂ ਦਾ, ਇਹ ਤੁਸੀਂ ਘਰਾਂ 'ਚ ਵੀ ਹਾਲ ਵੇਖ ਲਿਆ ਕਰੋ। ਜਦੋਂ ਵੱਡੀ ਸਾਰੀ ਕੋਠੀ ਬਣਾਈ ਹੁੰਦੀ ਆ ਨਾ, 5-5 ਕਰੋੜ ਲਾ ਦਿੰਦੇ ਲੋਕੀ, 2-2 ਕਰੋੜ, 1.5 ਕਰੋੜ। ਤੇ ਫਿਰ ਬਾਅਦ 'ਚ ਕੀ ਹੁੰਦਾ, ਇੱਕ ਆ 50-60 ਰੁਪਏ ਦਾ ਲੈ ਕੇ ਨਜ਼ਰ ਰੁਪਏ ਟੰਗ ਦਿੰਦੇ ਆ। ਪਾਠ ਵੀ ਕਰਾਉਂਦੇ ਆ, ਸਭ ਕੁਝ ਕਰਾਉਂਦੇ ਆ। ਉਹ ਕਿਉਂ ਟੰਗਿਆ? ਉਹਦਾ ਭਾਵ ਕੀ ਹੈ? ਉਹਨੇ ਦੱਸਿਆ ਹੁੰਦਾ ਹੈ ਵੀ ਸਭ ਕੁਝ ਚਲੇ ਗਿਆ, ਨੰਗ ਹੋ ਗਏ, ਏਡੀ ਜੀਵ ਨਿਕਲ ਗਈ। ਖੁਦਾ ਦੇ ਨਾਮ, ਉਹ ਵੀ ਕਾਲਾ ਹੋਇਆ ਪਿਆ, ਹੁਣ ਪੱਲੇ ਕੁਝ ਨਹੀਂ ਹੈ, ਹੁਣ ਤੇ ਕਿਸ਼ਤਾਂ ਹੀ ਨੇ। ਇੰਨਾ ਖਰਚਾ ਕਰਕੇ ਲੋਕੀ ਉਹ ਟੰਗ ਲੈਂਦੇ ਨੇ ਕੋਠੇ ਤੇ। ਵਿਆਹ ਤੋਂ ਬਾਅਦ ਵੀ ਵੇਖਿਆ ਕਰੋ, ਫਿਰ ਚਾਹੇ ਮੁੰਡੇ ਦਾ ਵਿਆਹ ਹੋਵੇ ਚਾਹੇ ਹੋਵੇ ਕੁੜੀ ਦਾ, ਅਫਸੋਸੇ ਤੇ ਫਿਰਦੇ ਹੁੰਦੇ ਨੇ, ਫਿਰ ਗਿਣੀ ਜਾਂਦੇ ਨੇ ਵੀ ਇੰਨੇ ਬੈਂਕਾਂ ਦੇ ਖਾਤੇ ਤੇ ਬਸ ਖਤਰੇ ਜੀ ਨੇ ਲੱਗ ਗਿਆ। ਤੇ ਜਿਹੜਾ ਸਿਆਣਾ ਬੰਦਾ ਹੈ ਉਹ ਕਹਿੰਦਾ ਯਾਰ ਵਿਆਹ ਤੇ 4 ਲਾਵਾਂ ਦਾ ਹੀ ਹੁੰਦਾ ਹੈ, ਆਨੰਦ ਕਾਰਜ ਹੀ ਹੈ। ਸਾਡੇ ਨਾਲ ਤੇ ਕੈਨੇਡਾ ਦੇ ਲੋਕ ਸਿਆਣੇ ਆ, ਆਸਟ੍ਰੇਲੀਆ ਦੇ ਸਿਆਣੇ ਆ, ਯੂਰਪ ਵਾਲੇ ਸਿਆਣੇ ਹੋ ਗਏ, ਉਹਨਾਂ ਗੁਰੂ ਘਰ ਹੀ ਆਨੰਦ ਕਾਰਜ ਕਰਨੇ। ਉਹ ਕਹਿੰਦੇ ਬਾਕੀ ਜਿਹੜੇ ਕੰਮ ਵਿਆਹ ਥੋੜੀ ਹੈ, ਗੁਰੂ ਘਰ ਆਓ, ਆਨੰਦ ਕਾਰਜ ਕਰੋ, ਵੱਡੇ ਵੱਡੇ ਪੱਧਰ ਤੇ ਜੋੜਨ ਕਰ ਲਓ। ਉਹ ਅਸਲ ਵਿਆਹ ਹੈ ਜਿਹਨੂੰ ਅਨੋਖਾ ਵਿਆਹ ਕਹਿੰਦੇ ਆ। ਅੱਜ ਕੱਲ੍ਹ ਤੇ ਸਿੱਖਾਂ ਦੇ ਵਿਆਹਾਂ ਦਾ ਪਤਾ ਹੀ ਨਹੀਂ ਲੱਗਦਾ ਜੀ। ਜਿਨ੍ਹਾਂ ਪ੍ਰਥਾਏ ਅਸੀਂ ਗੁਰਦੁਆਰੇ ਅਰਦਾਸ ਕਰਦੇ, ਮਰਦ ਗੁਰਮੁਖ ਪਰਿਵਾਰ ਹੈ, ਸੁਭਾਗੀ ਜੋੜੀ ਹੈ। ਤੇ ਜਦੋਂ ਫਿਰ ਗੁਰਮੁਖ ਪਰਿਵਾਰ ਨੱਚਦਾ ਆਪਣੇ ਵਿਆਹ ਦੇ ਵਿੱਚ, ਬਾਂਹ ਫੜ ਫੜ ਨੱਚਦਾ, ਉਦੋਂ ਹੈਰਾਨੀ ਹੁੰਦੀ ਹੈ। ਤੇ ਜਦੋਂ ਫਿਰ ਮੁਰਗਿਆਂ ਦੇ ਲੱਗ ਪੀਸ ਪਾੜਦਾ, ਲੱਗਦਾ ਯਾਰ ਇਹ ਸੀ ਗੁਰਮੁਖ ਵਿਆਹ। ਇਹ ਜਿਨ੍ਹਾਂ ਦੇ ਪ੍ਰਥਾਏ ਮੈਂ ਬਾਰ-ਬਾਰ ਕਹੀਗਾ, ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਕਿਰਪਾ ਰੱਖਿਓ, ਸਿੱਖੀ ਬਖਸ਼ਿਓ। ਪਤਾ ਨਹੀਂ ਕਿੰਨੇ ਜੀਵਾਂ ਦੀ ਹੱਤਿਆ ਕੀਤੀ ਉਸ ਸੱਚੇ ਪਾਤਸ਼ਾਹ ਦੇ ਸਾਹਮਣੇ।
ਕਿੰਨਾ ਉਹਨੇ ਪਾਪ ਕੀਤਾ ਹੈ। ਉਹਦੇ ਵਿੱਚ ਸਾਡੇ ਵਰਗੇ ਦਰਗਾਹ 'ਚ ਲੱਗੇ ਜਾਂਦੇ ਆ, ਖੁਦਾ ਦਾ ਨਾਮ, ਵਿਚੋਲੇ ਬੜੇ ਫਿਰਦੇ ਜਿਹੜੇ ਪਾਪੀ ਲੋਕਾਂ ਦੇ। ਪਿਆਰਿਓ, ਅੱਜ ਸਿੱਖਾਂ ਦੇ ਵਿਆਹ ਲੱਗ ਜੀ ਹੋ ਗਏ, ਡਿਫਰੈਂਟ ਹੋ ਗਏ। ਹੁਣ ਪਤਾ ਹੀ ਨਹੀਂ ਲੱਗਦਾ ਸੀ ਸਿੱਖ ਕਿਹੜੇ ਪਾਸੇ ਤੋਂ। ਪਰ ਅੱਜ ਵੀ ਗੁਰੂ ਪਿਆਰਿਆਂ ਦੇ ਬੜੀ ਕਿਰਪਾ, ਉਹਨਾਂ ਦੇ ਆਨੰਦ ਕਾਰਜ ਵੇਖਣ ਵਾਲੇ ਹੁੰਦੇ ਆ, ਚਰਚਾ ਦਾ ਵਿਸ਼ਾ ਬਣਦੇ ਆ। ਸਤਿਗੁਰਾਂ ਦੇ ਪਿਤਾ ਵੇਦੀਆਂ ਦਾ ਵਿਆਹ, ਹੁਣ ਵੇਦੀਆਂ ਦੇ ਵਿਆਹ ਨੇ ਜੀ ਇਹਨਾਂ ਬੱਕਰੇ ਬੁੱਕਰੇ ਦੇ ਚਰਾਉਣੇ, ਕਿਉਂਕਿ ਪਿੱਛੇ ਵੀ ਜਦੋਂ ਸਤਿਗੁਰਾਂ ਨੂੰ ਜਨੇਊ ਪਾਇਆ ਨਾ, ਗੁਰੂ ਸਾਹਿਬ ਨੇ ਤਾਂ ਬਾਣੀ ਉਚਾਰਨ ਕੀਤੀ ਸੀ, ਕੋਈ ਬੱਕਰਾ ਨਹੀਂ ਖਾਇਆ ਸਭ ਕੋ ਆਖਿਆ ਪਾਏ। ਪਰ ਸੱਚੇ ਪਾਤਸ਼ਾਹ ਇਹਨਾਂ ਚੀਜ਼ਾਂ ਤੋਂ ਖਿਲਾਫ ਨੇ, ਮਰਦ ਨੂੰ ਚੀਜ਼ਾਂ ਪਸੰਦ ਨਹੀਂ ਸੀ, ਕਿਉਂਕਿ ਉਹ ਕਹਿੰਦੇ ਆ ਐਸੀ ਕਿਹੜੀ ਮੇਰੀ ਖੁਸ਼ੀ ਹੈ ਜਿਸ ਖੁਸ਼ੀ ਕਰਕੇ ਕਈ ਜੀਵਾਂ ਦੀ ਹੱਤਿਆ, ਕਈਆਂ ਦੇ ਮਾਂ-ਬਾਪ ਵਿਛੋੜੇ, ਕਈਆਂ ਦੇ ਭੈਣ ਭਰਾਵਾਂ ਦਾ ਕਤਲ ਕੀਤਾ। ਬੰਦਾ ਆਪਣੇ ਪਰਿਵਾਰ ਨੂੰ ਤੇ ਬੜਾ ਪਿਆਰ ਕਰਦਾ, ਪਰ ਜਿਹੜੇ ਬੱਕਰੇ ਨੂੰ ਵੱਢ ਕੇ ਖਾਂਦਾ ਹੈ, ਮੁਰਗੇ ਨੂੰ, ਕੀ ਉਹਦਾ ਪਰਿਵਾਰ ਨਹੀਂ, ਉਹਦੇ ਬੱਚੇ ਨਹੀਂ, ਉਹਦੇ ਭੈਣ ਭਰਾ ਨਹੀਂ। ਕਿੰਨਿਆਂ ਦੇ ਘਰ 70 ਵਿਛਾ ਕੇ ਮਨਾਈ ਖੁਸ਼ੀ, ਖੁਸ਼ੀ ਨਹੀਂ, ਜੀਵਨ ਦਾ ਉਜਾੜਾ ਹੁੰਦਾ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਾਚਾ ਜੀ ਨੇ ਪਹਿਲਾਂ ਹੀ ਕਹਿਤਾ ਸੀ, ਕਹਿੰਦੇ ਬੇਦੀ ਵੰਸ ਆਪਣੀ ਮਰਿਆਦਾ ਨਾ ਭੁੱਲੇ, ਐਸਾ ਨਾ ਹੋਵੇ ਤੁਸੀਂ ਕੁਕਰਮਾਂ ਤੇ ਉਤਰ ਆਓ। ਰਾਏ ਬੁਲਾਰ ਜੀ ਨੇ ਵੀ ਕਹਿ ਕੇ ਭੇਜਿਆ, ਕਹਿੰਦੇ ਮਾਇਆ ਜਿੰਨੀ ਮਰਜ਼ੀ ਉਜਾੜਿਓ, ਵੇਖਿਓ ਕਿਤੇ ਤਿਲਕ ਨਾ ਜਾਇਓ, ਆਖੋ ਸਤਿਨਾਮ। ਐਵੇਂ ਨੱਚਦੇ ਗਾਉਂਦੇ ਇਹੋ ਜਿਹੇ ਕੰਮ ਕਰਦੇ ਫਿਰ ਸ਼ੋਭਾ ਦਿੰਦੇ ਆ, ਕਿਉਂਕਿ ਇਹ ਕੁਝ ਹੁਣ ਗੁਰੂ ਸਾਹਿਬ ਨੇ ਹੋਣ ਨਹੀਂ ਦੇਣਾ। ਪਿਤਾ ਜੀ ਚਾਹੁੰਦੇ ਸੀ ਵੀ ਕੋਈ ਨਾਰਾਜ਼ ਨਾ ਜਾਵੇ, ਜਿਵੇਂ ਆਏ ਸੁਭਾਅ ਹੁੰਦਾ। ਸਤਿਗੁਰਾਂ ਦੇ ਪਿਤਾ ਨੇ ਆਪਣੇ ਪਿੰਡ ਚ ਰੌਲਾ ਪਾਤਾ, ਸਾਰੇ ਖੁਸ਼ ਨੇ ਜੀ, ਇੱਕ ਤੋਂ ਇੱਕ ਵਧੀਆ ਕੱਪੜੇ ਸਿਲਾਈ ਕਰਦੇ ਆ, ਗੱਡੇ ਜੋੜਦੇ, ਸੋਹਣੇ ਰੱਥ ਤਿਆਰ ਕੀਤੇ, ਬਲਦਾਂ ਦੇ ਉੱਤੇ ਸੋਹਣੇ ਝੁੱਲ ਪਾਏ ਨੇ। ਸੋ ਪਟਵਾਰੀ ਰਧਾਵਨ ਕੋ ਜਿਨ ਕੀ ਬਹੁ ਗ੍ਰਾਮ ਹੈ ਦੀਰਘ ਜਾਤੀ। ਅੱਜ ਬਾਪੂ ਖੁਸ਼ ਬੜੇ ਆ, ਉੱਚੀ ਉੱਚੀ ਬੋਲਦੇ, ਕਹਿੰਦੇ ਇੱਧਰ ਮੈਂ ਪਟਵਾਰੀ, ਉਧਰ ਪੱਖੋਂ ਕੀ ਰੰਧਾਵੇ, ਮੂਲ ਚੰਦ ਪਟਵਾਰੀ। ਕਹਿੰਦੇ ਜਿੱਡਾ ਵੱਡਾ ਮੈਂ ਪਟਵਾਰੀ, ਓਡਾ ਹੀ ਨਾਤਾ ਮੇਰਾ ਵੱਡੇ ਪਟਵਾਰੀ ਨਾਲ ਜੁੜਿਆ। ਜਿੱਥੇ ਹੁਣ ਪਟਵਾਰੀ ਪਟਵਾਰੀ ਹੋ, ਲੋਕੀ ਸਲਾਮਾਂ ਕਰਨਗੇ, ਆਖੋ ਸਤਿਨਾਮ। ਹੁੰਦਾ ਜੀ ਵਿਆਹ ਦੇ ਸਮੇਂ ਮੁੰਡੇ ਦੇ ਬਾਪੂ ਦੀ ਬੜੀ ਪੁੱਛ ਪ੍ਰਤੀਤ ਹੁੰਦੀ ਹੈ, ਉਹ ਅੱਗੋਂ ਪਿੱਛੋਂ ਕੋਈ ਘਰੇ ਪੁੱਛੇ ਨਾ ਪੁੱਛੇ, ਉਧਰ ਤੇ ਹਰ ਕੋਈ ਫੜ ਲਿਆਉ ਫੋਟੋ ਖਿਚਾਉਣ ਵਾਸਤੇ ਵੀ ਆਹੀ ਨਹੀਂ ਭਾਈ ਸਾਹਿਬ। ਸ਼ਗਨ ਮੰਗਣ ਵਾਲਾ ਵੀ ਉਹਨਾਂ ਨੂੰ ਡੀਸੀ ਤੋਂ ਘੱਟ ਦਊਦਾ ਨਹੀਂ ਦਿੰਦਾ, ਉਹ ਵੀ ਆ ਕੇ ਸਰਕਾਰ ਕਰੂ। ਪਰ ਗੁਰੂ ਸਾਹਿਬ ਦੇ ਪਿਤਾ ਦਾ ਐਡਾ ਰੁਤਬਾ ਸੀ, ਪਰ ਹੁਣ ਥੋੜੀ ਹਉਮੈ ਆ ਗਈ ਵੀ ਅਸੀਂ ਪਟਵਾਰੀ ਹੁੰਨੇ ਆ। ਪਟਵਾਰੀ ਦੀ ਅੱਜ ਵੀ ਘੱਟ ਹੋ ਗਈ। ਅੱਜ ਵੀ ਜਾ ਕੇ ਪਤਾ ਕਰ ਲਓ, ਭਾਵੇਂ ਰੁਤਬੇ ਛੋਟੇ ਆ ਕੇ ਛੱਡਦੇ ਆ ਜੀ। ਸਭ ਤੋਂ ਵੱਡੀ ਕੋਠੀ ਹੁੰਦੀ ਹੈ ਪਟਵਾਰੀ ਦੀ, ਚੰਗਾ ਨਾਮ ਹੁੰਦਾ ਹੈ। ਲੋਕਾਂ ਦੀਆਂ ਕਿੰਨੀਆਂ ਜ਼ਮੀਨਾਂ ਦੱਬੀਆਂ ਹੁੰਦੀਆਂ, ਕਿੰਨਾ ਕੁਝ ਕਰਿਆ ਉਹਨੇ ਕੀਤਾ ਜਾਣਦੇ। ਉਹਨਾਂ ਸਮਿਆਂ ਦੇ ਵਿੱਚ ਖੁਸ਼ ਨੇ, ਕਹਿੰਦੇ ਪੱਖੋਂ ਕੇ ਰੰਧਾਵੇ ਦੇ ਪਟਵਾਰੀ ਦੇ ਨਾਲ ਮੇਰੇ ਪਰਿਵਾਰ ਦਾ ਨਾਤਾ ਜੁੜਿਆ ਏ। ਪੂਰ ਕਰੋ ਮਿਲ ਕੇ ਜਸ ਪਾਵਨ, ਜੇ ਜਗ ਮੋ ਸ਼ੁਭ ਰੀਤ ਸੁਹਾਤੀ। ਖੁਸ਼ ਕਿਉਂ ਨੇ? ਕਹਿੰਦੇ ਮੈਨੂੰ ਲੱਗਦਾ ਸੀ ਮੇਰੇ ਪੁੱਤ ਦਾ ਕਿਸੇ ਨੇ ਰਿਸ਼ਤਾ ਨਹੀਂ ਲੈਣਾ। ਕਹਿੰਦੇ ਹੁੰਦੇ ਸੀ, ਕਹਿੰਦੇ ਲੋਕ ਕਿਆ ਕਰਨਗੇ ਵੀ ਇਸ ਦੇ ਪੁੱਤ ਦਾ ਰਿਸ਼ਤਾ ਫਲਾਣੇ ਪਟਵਾਰੀ ਦੀ ਧੀ ਨਾਲ ਹੋਇਆ। ਇਹ ਹੁੰਦੀਆਂ ਸ਼ੇਖੀਆਂ, ਅੱਗੇ ਪਿੰਡਾਂ 'ਚ ਬਹੁਤ ਹੁੰਦੀਆਂ ਸੀ, ਚਲੋ ਮਾਰਨ ਵਾਲੇ ਤੇ ਹੁਣ ਸ਼ਹਿਰਾਂ 'ਚ ਵੀ ਚੱਲੀ ਜਾਂਦੇ, ਪਰ ਇਹਨਾਂ ਗੱਲਾਂ 'ਚ ਹੁੰਦਾ ਕੁਝ ਨਹੀਂ। ਕਹਿੰਦੇ ਬਾਪੂ ਦੀ ਖੁਸ਼ੀ ਇੰਨੀ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਖੁਸ਼ੀਆਂ ਤੋਂ ਅਲੱਗ ਨੇ। ਉਹ ਭਾਈ ਬਾਲਾ ਜੀ ਨੇ ਇੱਕੋ ਗੱਲ ਆਖਦੇ, ਕਹਿੰਦੇ ਬਾਲਿਆ ਆ ਜੋ ਕੁਝ ਹੋ ਰਿਹਾ ਨਾ ਸਾਨੂੰ ਬਹੁਤਾ ਪਸੰਦ ਨਹੀਂ, ਆਖੋ ਸਤਿਨਾਮ। ਇਹ ਹੈ ਕੀ ਹੈ? ਕੁਛ ਵੀ ਨਹੀਂ। ਚਾਰ ਪਲਾਂ ਦੀ ਖੁਸ਼ੀ ਹੈ, ਝੂਠੀ ਖੁਸ਼ੀ ਹੈ। ਇਹਨਾਂ 'ਚ ਕੀ ਹੈ? ਆਉਣਗੇ ਲੋਕੀ, ਖਾਣ ਪੀਣਗੇ, ਅੱਧੇ ਕੁ ਢਿੱਡ ਖਰਾਬ ਕਰਕੇ ਚਲੇ ਜਾਣਗੇ, ਅੱਧੇ ਕੁ ਉੱਠੇ ਸਿੱਧੇ ਹੋ ਕੇ ਸ਼ਰਾਬ ਛੂਪੇ ਕੱਢੇ ਲੋਕ ਚਲੇ ਜਾਣਗੇ। ਇੱਥੇ ਹੁੰਦਾ ਵਿਆਹ, ਹੋਰ ਕੀ ਹੈ? ਪਰ ਉਹਨਾਂ ਸਮਿਆਂ ਦੇ ਵਿਆਹ ਥੋੜੇ ਜਿਹੇ ਖਲਾਰੇ ਪਾਉਂਦੇ ਸੀ, ਲੜ ਪੈਂਦੇ ਸੀ ਲੋਕ, ਜਾਂਦੇ ਲੜਾਕੇ ਬਹੁਤ ਹੁੰਦੇ ਸੀ। ਪਿੰਡਾਂ ਦੇ ਲੋਕ ਸੀ, ਓਏ ਤੂੰ ਆਏ ਕਹਿਤਾ, ਤੂੰ ਸਾਡੀ ਕੁਛ ਨਹੀਂ ਕਰਾਤੀ, ਤੇ ਸਾਡੀ ਉੱਤੇ ਪਰਵਾਹਚਾਰੀ ਨਹੀਂ ਹੋਈ, ਸਾਨੂੰ ਪੁੱਛਿਆ ਨਹੀਂ। ਪਰ ਸਤਿਗੁਰਾਂ ਦੇ ਪਿਤਾ ਸਾਰਿਆਂ ਨੂੰ ਸਮਝਾਉਂਦੇ ਨੇ, ਕਹਿੰਦੇ ਜੋ ਮਰਜ਼ੀ ਹੋ ਜੇ ਬੇਦੀਓ ਤੁਹਾਡੇ ਵੱਲੋਂ ਲਾਮਾ ਨਹੀਂ ਆਉਣਾ ਚਾਹੀਦਾ। ਪਹਿਲਾਂ ਸਮਝਾ ਕੇ ਲੈ ਕੇ ਜਾਣਾ ਪੈਂਦਾ ਹੈ। ਅੱਜ ਵੀ ਸਮਝਾਉਂਦੇ ਆ ਲੋਕੀ ਬਰਾਤ 'ਚ, ਦੇਖਿਓ ਨੇਕੀ ਨਾ ਕਰਿਓ, ਲੜਿਓ ਝਗੜਿਓ ਨਾ, ਵੱਧ ਘੱਟ ਨਾ ਕਿਸੇ ਨੂੰ ਬੋਲਿਓ। ਪਰ ਹੁਣ ਸਾਰੇ ਸੱਤ ਵਚਨ ਕਹਿੰਦੇ ਆ, ਕਿਉਂਕਿ ਪਟਵਾਰੀ ਸਾਹਿਬ ਦੀ ਤੂਤੀ ਬੋਲਦੀ ਹੈ, ਉਹਨਾਂ ਦੇ ਪੁੱਤਰ ਦਾ ਵਿਆਹ ਹੈ ਤੇ ਦੁਨੀਆ ਨੂੰ ਸਰਕਾਰ ਕਰਨੀ। ਕਿਉਂਕਿ ਰਾਏ ਬੁਲਾਰ ਸਾਹਿਬ ਨੇ ਇਹਨਾਂ ਨੂੰ ਕਿੰਨਾ ਕੁਝ ਦੇਤਾ, ਸਪੋਰਟ ਕਰਤੀ, ਕਹਿੰਦੇ ਨਾਲ ਆ ਤੁਹਾਡੇ। ਪਟਵਾਰੀ ਜੀ ਤੇ ਪਹਿਲਾਂ ਬਣਦੀ ਸੀ, ਹੁਣ ਉਹਨਾਂ ਦੇ ਮਾਲਕ, ਉਹਨਾਂ ਦੇ ਰਾਜੇ ਨਾਲ ਹੋ ਗਏ। ਕਹਿੰਦੇ ਖੂਬ ਤਿਆਰੀ ਕਰ ਲਈ, ਗੱਡੇ ਗੁੱਡੇ ਸਮਾਨ ਲੱਦ ਲਏ, ਮਠਿਆਈਆਂ ਲੱਦ ਲਈਆਂ, ਸਾਰੇ ਰਿਸ਼ਤੇਦਾਰ, ਸਾਰਾ ਪਰਿਵਾਰ ਤਿਆਰ। ਜਾਣਾ ਕਿੱਥੇ ਹੈ? ਸੁਲਤਾਨਪੁਰ ਲੋਧੀ। ਹੁਣ ਇੱਥੋਂ ਬਰਾਤ ਅਗਲੇ ਪੜਾਅ ਵਿੱਚ ਜਾਏਗੀ
ਭਾਈ ਬਾਲਾ ਜੀ ਪੜਾ ਦਰ ਪੜਾ ਇੱਕ ਇੱਕ ਪਲ ਉਸ ਵੇਲੇ ਦਾ ਕੀ ਗੱਲਬਾਤ ਹੋਈ, ਕਿਵੇਂ ਕਿਵੇਂ ਕੀ ਹੋਇਆ, ਕਿਹੜੇ ਵੇਲੇ ਕਿਹਨੇ ਕੀ ਕਿਹਾ, ਸਾਰਾ ਕੁਝ ਸੁਣਾ ਰਹੇ ਨੇ। ਜਿਵੇਂ ਸੱਚੇ ਪਾਤਸ਼ਾਹ ਦੀ ਕਿਰਪਾ ਹੋਊ ਕੱਲ ਦੇ ਦੀਵਾਨਾਂ ਵਿੱਚ ਇਸ ਬਰਾਤ ਦੇ ਨਜ਼ਾਰਿਆਂ ਨੂੰ ਮਾਣਾਂਗੇ, ਕਿਉਂਕਿ ਇਹ ਕੋਈ ਦੁਨਿਆਵੀ ਵਿਆਹ ਨਹੀਂ ਹੈ। ਇਹ ਵਿਆਹ ਉਸ ਪਰਮਾਤਮਾ ਦਾ ਹੈ ਜਿਹਦੇ ਵਿਅਕਤੀਗਤ ਸਰਗੁਣ ਸਰੂਪ ਦਾ ਏ, ਜੋ ਦੁਨੀਆ ਤੋਂ ਬੜਾ ਅਲੱਗ ਸੀ। ਬਹੁਤ ਕੁਝ ਇਹਦੇ 'ਚ ਹੋਣਾ ਹੈ ਤੇ ਬੜਾ ਕੁਝ ਸਿੱਖਣ ਨੂੰ ਮਿਲਣਾ ਹੈ। ਮਹਾਰਾਜ ਕਿਰਪਾ ਕਰਦੇ ਰਹਿਣ, ਇਸੇ ਤਰ੍ਹਾਂ ਜੁੜ ਕੇ ਆਨੰਦ ਮਾਣਦੇ ਰਹੀਏ। ਵਾਹਿਗੁਰੂ ਵਾਹਿਗੁਰੂ